ਨਾਨਕ ਪਗ ਪੰਕਜ ਬੰਦਨ, ਪਗ ਪੰਕਜ ਬੰਦਨ, ਸਿਮਰੋ ਅੰਗਦ ਦੁਖ ਨਿਕੰਦਨ। ਅਮਰਦਾਸ ਗੁਰ ਹਿਰਦੈ ਧਿਆਵੋ, ਹਿਰਦੈ ਧਿਆਵੋ। ਸ਼੍ਰੀ ਗੁਰੂ ਰਾਮਦਾਸ ਗੁਣ ਗਾਵੋ, ਸ਼੍ਰੀ ਅਰਜਨ ਬਿਘਨਨ ਕੇ ਨਾਸਕ, ਬਿਘਨਨ ਕੇ ਨਾਸਕ। ਸ਼੍ਰੀ ਹਰਗੋਬਿੰਦ ਸ਼ੁਭ ਸੁਮਤ ਪ੍ਰਕਾਸ਼ਕ, ਸ਼੍ਰੀ ਹਰਿ ਰਾਏ ਨਮੋ ਕਰ ਜੋਰੀ, ਨਮੋ ਕਰ ਜੋਰੀ। ਗੁਰੂ ਹਰਿ ਕ੍ਰਿਸ਼ਨ ਮਨਾਏ ਬਹੋਰੀ, ਗੁਰੂ ਤੇਗ ਬਹਾਦੁਰ ਪਰਮ ਕਿਰਪਾਲਾ, ਪਰਮ ਕਿਰਪਾਲਾ। ਸ਼੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ, ਤਰੋਂ ਧਰਾ ਪਰ ਪੁਨ ਪੁਨ ਸੀਸਾ, ਪੁਨ ਪੁਨ ਸੀਸਾ। ਬੰਦੋਂ ਬਾਰ ਬਾਰ ਜਗਦੀਸ਼ਾ, ਜਿਸਮਹਿ ਅੰਮ੍ਰਿਤ ਗਿਆਨ ਹੈ, ਮਾਣਕ ਭਗਤ ਬੈਰਾਗ। ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ। ਸ਼੍ਰੀ ਗੁਰ ਸ਼ਬਦ ਕਮਾਏ ਜਿਨ, ਜੀਤੇ ਪੰਚ ਬਿਕਾਰ। ਤਿਨ ਸੰਤਨ ਕੋ ਬੰਦਨਾ, ਸਿਰ ਚਰਨਨ ਪਰ ਧਾਰ। ਏਕੰਕਾਰ ਸਤਿਗੁਰੂ ਤਹਿ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਵਿਨਾਸ਼ਨ ਸੋਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ। हे खुदाए मारी क्या करी, जन्मत क्यों न प्रथम ही मरी। अजहूँ बोलत निडर निलाजा,
ਗਈ ਆਬਰੋ ਦੀਰਘ ਆਜਾ, ਹੇ ਖੁਦਾਏ ਮਾਰੀ ਕਿਆ ਕਰੀ, ਜਨਮਤ ਕਿਉ ਨਾ ਪ੍ਰਥਮ ਹੀ ਮਰੀ। ਸਤਿਗੁਰੂ ਗਰੀਬ ਨਵਾਜ, ਦੀਨ ਦੁਨੀਆ ਦੇ ਮਾਲਕ, ਚਬਰ ਛਤਰ ਤਖਤ ਦੇ ਮਾਲਕ, ਸਮਰੱਥ ਗੁਰੂ ਪ੍ਰਤੱਖ ਗੁਰੂ, ਦੀਨ ਦਿਆਲ ਕਿਰਪਾਲ ਅੰਤਰਜਾਮੀ ਪੂਰਨ ਪਾਰ ਬ੍ਰਹਮ ਪਰਮੇਸ਼ਰ, ਵਾਹਿਗੁਰੂ ਅਕਾਲ ਪੁਰਖ ਜੀ ਦਾ ਸਰਗੁਣ ਸਵਰੂਪ, ਦਾਸਾਂ ਗਰੀਬਾਂ ਸਿੱਖਾਂ ਸੇਵਕਾਂ ਸਾਰਿਆਂ ਦੇ ਉੱਤੇ ਹੀ ਕਿਰਪਾ ਕਰਨ ਵਾਲੇ, ਦਇਆ ਕਰਨ ਵਾਲੇ, ਰਹਿਮਤਾਂ ਬਖਸ਼ਿਸ਼ਾਂ ਦੇ ਨਾਲ ਨਿਹਾਲ ਕਰਨ ਵਾਲੇ, ਲੋਕ ਪਰਲੋਕ ਵਿੱਚ ਰਾਖੀ ਕਰਨ ਵਾਲੇ, ਸਦਾ ਹੀ ਦਿਆਲੂ, ਸਦਾ ਹੀ ਕਿਰਪਾਲੂ, ਸਦਾ ਹੀ ਮਿਹਰਬਾਨ, ਧੰਨ ਧੰਨ ਸਤਿਗੁਰੂ ਗਰੀਬ ਨਵਾਜ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਬੜੇ ਹੀ ਪਿਆਰ ਦੇ ਨਾਲ ਸਾਰੀਆਂ ਸੰਗਤਾਂ ਦੋਵੇਂ ਹੱਥ ਜੋੜ ਕੇ ਗੱਜ ਕੇ ਆਖੋ ਜੀ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸਤਿਗੁਰੂ ਜੀ ਦੀ ਮਹਾਨ ਪਵਿੱਤਰ ਪਾਵਨ ਹਾਜ਼ਰੀ ਵਿਖੇ ਸੁਭਾਏਮਾਨ ਮਹਾਨ ਗੁਰੂ ਜੀ ਦੀ ਪਿਆਰੀ ਸਾਜੀ ਨਵਾਜੀ ਸੰਗਤ ਜੀ, ਆਪ ਜੀ ਬੜੇ ਹੀ ਪਿਆਰ ਦੇ ਨਾਲ ਸਤਿਗੁਰੂ ਜੀ ਦੇ ਚਰਨਾਂ ਵਿੱਚ ਬੈਠ ਕੇ ਗੁਰੂ ਜੀ ਦੇ ਸੋਹਣੇ ਦਰਸ਼ਨ ਕਰ ਰਹੇ ਹੋ, ਵੱਡਿਆਂ ਭਾਗਾਂ ਦੀ ਨਿਸ਼ਾਨੀ ਹੈ। ਲੜੀਵਾਰ ਕਥਾ ਧੰਨ ਧੰਨ ਸਤਿਗੁਰੂ ਗਰੀਬ ਨਵਾਜ, ਮੇਰੀ ਪੀਰੀ ਦੇ ਮਾਲਕ, ਦਲਾਂ ਨੂੰ ਭੰਡਣ ਵਾਲੇ ਸਮਰੱਥ ਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਆਪ ਜੀ ਸਰਵਣ ਕਰ ਰਹੇ ਹੋ। ਸਾਧ ਸੰਗਤ ਜੀ, ਆਪ ਜੀ ਨੇ ਇੱਥੋਂ ਤੱਕ ਕੱਲ ਕਥਾ ਸਰਵਣ ਕੀਤੀ। ਸਤਿਗੁਰੂ ਗਰੀਬ ਨਵਾਜ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਅੰਮ੍ਰਿਤਸਰ ਦੀ ਧਰਤੀ ਤੇ ਪਹੁੰਚੇ ਹਨ। ਬਹੁਤ ਉਤਸ਼ਾਹ ਕੀਤਾ ਗਿਆ ਹੈ। ਉੱਧਰੋਂ ਕਾਜੀ ਜਿਹੜਾ ਹੈ ਉਹ ਵੀ ਪੈਸੇ ਲੈਣ ਜਦੋਂ ਲਾਹੌਰ ਪਹੁੰਚਿਆ ਸੀ, ਵਾਹਿਗੁਰੂ ਲਾਹੌਰ ਗੁਰੂ ਜੀ ਦੇ ਆਸਣ ਤੇ ਪਹੁੰਚਿਆ, ਉਹਨੇ ਵੇਖਿਆ ਹੈ ਹੀ ਕੋਈ ਨਹੀਂ ਹੈ, ਉਹ ਉਸੇ ਵੇਲੇ ਹੀ ਤੁਰ ਪਿਆ ਜੀ। ਗੁਰੂ ਸਾਹਿਬ ਪਹੁੰਚੇ ਹਨ, ਸਤਿਗੁਰਾਂ ਨੇ ਸੰਗਤ ਨੂੰ ਦਰਸ਼ਨ ਦਿੱਤੇ ਹਨ ਤੇ ਇੱਕ ਰਾਤ ਮਹਾਰਾਜ ਨੂੰ ਹੋ ਗਈ ਹੈ ਆਇਆਂ ਨੂੰ, ਤੇ ਉਧਰੋਂ ਕਾਜੀ ਪਹੁੰਚ ਗਿਆ ਜੀ। ਅੰਮ੍ਰਿਤਸਰ ਦੇ ਬਾਹਰ ਆ ਕੇ ਉਹਨੇ ਪੁੱਛਿਆ ਵੀ ਗੁਰੂ ਜੀ ਇੱਥੇ ਹੀ ਨੇ, ਤੇ ਗੁਰੂ ਕੇ ਭਾਵਨਾ ਵਾਲੇ ਸਿੱਖ ਨੇ ਦੱਸਿਆ, ਹਾਂ ਸਾਡੇ ਸਤਿਗੁਰੂ ਜੀ, ਸਾਡੇ ਮਾਲਕ ਸਤਿਗੁਰੂ ਜੀ ਇੱਥੇ ਹੀ ਹਨ। ਮਹਾਰਾਜ ਗਰੀਬ ਨਵਾਜ ਸੱਚੇ ਪਾਤਸ਼ਾਹ ਸੰਗਤਾਂ ਨੂੰ ਦਰਸ਼ਨ ਦੇ ਰਹੇ ਹਨ। ਗੁਰੂ ਜੀ ਸੰਗਤ ਦੀ ਸ਼ਿਕਾਰ ਖੇਡ ਕੇ ਆ ਰਹੇ ਸਨ, ਤੇ ਇਹ ਫਿਰ ਰਸਤੇ ਵਿੱਚ ਹੀ ਖਲੋਤਾ ਰਿਹਾ ਤੇ ਮਹਾਰਾਜ ਨੂੰ ਮਿਲਿਆ। ਹੁਣ ਮਹਾਰਾਜ ਨੂੰ ਪਤਾ ਵੀ ਕਾਜੀ ਸਾਡੇ ਦਰਸ਼ਨ ਕਰਨ ਵਾਸਤੇ ਨਹੀਂ ਆਇਆ। ਆਖੋ ਸ੍ਰੀ ਵਾਹਿਗੁਰੂ ਵਾਹਿਗੁਰੂ। ਸੰਗਤ ਜੀ, ਬੜੇ ਵਿਰਲੇ ਲੋਕ ਹੁੰਦੇ ਆ ਜਿਹੜੇ ਧੰਦਾ ਕਮਾਈ ਛੱਡ ਕੇ ਗੁਰੂ ਜੀ ਦੇ ਨਾਲ ਭਾਵਨਾ ਕਰਕੇ ਜੁੜਦੇ ਆ ਜੀ। ਅੱਜ ਅਸੀਂ ਇੱਕ ਦੁਕਾਨਦਾਰ ਦੇ ਕੋਲ ਗਏ ਤੇ ਸਾਧ ਸੰਗਤ ਜੀ, ਉਹ ਹੈ ਤੇ ਉਹ ਵੀ ਵਪਾਰੀ ਸੀਗਾ, ਤੇ ਉਹ ਹੱਥ ਜੋੜ ਕੇ ਇਹੋ ਹੀ ਕਵੇ ਵੀ ਮੇਰੀ ਅਰਦਾਸ ਕਰੋ ਗੁਰੂ ਜੀ ਮੈਨੂੰ ਸੇਵਾ ਤੇ ਸਿਮਰਨ ਦੀ ਦਾਤ ਬਖਸ਼ਣ ਦੀ। ਹਾਂਜੀ, ਕਈ ਵੇਖੋ ਦੁਕਾਨਦਾਰ ਵੀ ਬੜੀ ਭਾਵਨਾ ਵਾਲੇ ਹੁੰਦੇ ਆ, ਬੜੇ ਚੰਗੇ ਹੁੰਦੇ ਆ, ਤੇ ਕਈ ਧਾਰਮਿਕ ਬੰਦੇ ਜਿਹੜੇ ਹੁੰਦੇ ਆ ਨਾ, ਉਹ ਵੀ ਮਾਇਆ ਦੇ ਮਗਰ ਹੀ ਲੱਗੇ ਹੁੰਦੇ ਆ ਜੀ। ਇਹ ਆਪੋ ਆਪਣੇ ਅੰਦਰ ਦਾ ਹਿਸਾਬ ਹੈ, ਕਿਹਦਾ ਅੰਦਰ ਕਿੰਨਾ ਕੁ ਜਾਗਿਆ ਹੋਇਆ ਹੈ। ਜਿਹਦਾ ਅੰਦਰ ਜ਼ਿਆਦਾ ਜਾਗਿਆ, ਉਹ ਕੋਈ ਵੀ ਕੰਮ ਕਰ ਰਿਹਾ ਹੈ, ਉਹ ਪਰਮੇਸ਼ਰ ਨਾਲ ਜੁੜਨ ਦਾ ਯਤਨ ਕਰਦਾ ਹੈ ਜੀ। ਤੇ ਜਿਹਦਾ ਅੰਦਰ ਨਹੀਂ ਜਾਗਿਆ, ਉਹ ਧਾਰਮਿਕ ਕੱਪੜੇ ਪਾ ਕੇ ਵੀ ਸਾਧ ਸੰਗਤ ਜੀ ਉਹ ਅੰਦਰੋਂ ਗੁਰੂ ਜੀ ਨਾਲੋਂ ਦੂਰ ਹੈਗਾ ਜੀ। ਇਸੇ ਕਰਕੇ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ, ਜਾਗ ਰੇ ਮਨ ਜਾਗਨ ਹਾਰੇ। ਮਨ ਨੂੰ ਜਗਾਉਣਾ ਸਾਧ ਸੰਗਤ ਜੀ। ਕਾਜੀ ਦਾ ਮਨ ਮਾਇਆ ਦੇ ਨਸ਼ੇ ਵਿੱਚ ਸੁੱਤਾ ਪਿਆ ਜੀ, ਮਾਇਆ ਵਾਲੇ ਪਾਸਿਓਂ ਜਾਗਿਆ ਜੀ ਕਾਜੀ। ਗੁਰੂ ਹਰਗੋਬਿੰਦ ਸਾਹਿਬ ਸਮਰੱਥ ਗੁਰੂ ਜੀ ਨੇ ਕਾਜੀ ਨੂੰ ਦੇਖਿਆ। ਸਤਿਗੁਰੂ ਜੀ ਕਹਿੰਦੇ, ਆਓ ਕਾਜੀ ਜੀ, ਕਿੱਧਰ ਆਉਣੇ ਹੋਏ? ਕਾਜੀ ਕਹਿੰਦਾ, ਮਹਾਰਾਜ ਦਰਸ਼ਨ ਕਰਨ ਵਾਸਤੇ ਆਇਆ ਜੀ। ਝੂਠ ਬੋਲ ਰਿਹਾ ਸੀ। ਉਪਰੰਤ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਵੀ ਬੜੀ ਛੇਤੀ ਆ ਗਏ। ਕਹਿੰਦਾ, ਮਹਾਰਾਜ ਤੁਸੀਂ ਤੇ ਕਿਸੇ ਨੂੰ ਦੱਸ ਕੇ ਹੀ ਨਹੀਂ ਆਏ, ਤੇ ਮੈਂ ਫਿਰ ਪੈਸੇ ਲੈਣੇ ਸੀਗੇ ਤੇ ਮੈਂ ਤਾਂ ਤੁਹਾਡੇ ਕੋਲ ਆਇਆ ਹਾਂ। ਗੱਲ ਫਿਰ ਪੈਸਿਆਂ ਦੀ ਆਈ।
ਮਹਾਰਾਜ ਉਹਨੂੰ ਅੱਗੇ ਲੈ ਆਏ। ਇੱਕ ਸਿੱਖ ਨੂੰ ਪਹਿਲਾਂ ਹੀ ਕੌਲਾਂ ਜੀ ਦੇ ਕੋਲ ਭੇਜ ਦਿੱਤਾ। ਗੁਰੂ ਜੀ ਨੇ ਅੰਦਾਜ਼ਾ ਲਾ ਲਿਆ ਵੀ ਇਹਨੂੰ ਆਪਣੀ ਧੀ ਬਾਰੇ ਨਹੀਂ ਪਤਾ, ਵੀ ਇਹਦੀ ਧੀ ਕੌਲਾਂ ਇੱਥੇ ਸੰਗਤ ਵਿੱਚ ਆ ਕੇ ਰਹਿ ਰਹੀ ਹੈ ਜੀ। ਸਾਧ ਸੰਗਤ ਜੀ, ਉਹਨੇ ਫਿਰ ਮਹਾਰਾਜ ਨੂੰ ਪਤਾ ਲੱਗ ਗਿਆ ਵੀ ਇਹਨੂੰ ਪਤਾ ਹੀ ਨਹੀਂ। ਗੁਰੂ ਸਾਹਿਬ ਕਹਿਣ ਲੱਗੇ ਹੁਣ ਇਹਨੂੰ ਦੱਸਣਾ ਵੀ ਹੈ। ਤੇ ਗੁਰੂ ਜੀ ਫਿਰ ਵਿਖਾ ਵੀ ਦਿੰਦੇ ਸਾਰਾ ਕੁਝ। ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਮਹਾਰਾਜ ਨੇ ਇੱਕ ਸਿੱਖ ਨੂੰ ਪਹਿਲਾਂ ਹੀ ਭੇਜ ਦਿੱਤਾ ਵੀ ਕੌਲਾਂ ਜੀ ਨੂੰ ਕਹੋ ਪ੍ਰਸ਼ਾਦਾ ਤਿਆਰ ਕਰਨ, ਤੁਹਾਡੇ ਪਿਤਾ ਜੀ ਆ ਰਹੇ ਹੈ। ਦੂਜੇ ਸਿੱਖ ਨੂੰ ਸਾਧ ਸੰਗਤ ਜੀ ਭੇਜਿਆ, ਜਾ ਕਾਜੀ ਜੀ ਨੂੰ ਪ੍ਰਸ਼ਾਦਾ ਛਕਣ ਵਾਸਤੇ ਛੱਡ ਕੇ ਆ, ਤੇ ਉਹਦੇ ਕੰਨ 'ਚ ਕਹਿ ਦਿੱਤਾ ਵੀ ਕੌਲਾਂ ਜੀ ਦੇ ਕੋਲ ਛੱਡ ਕੇ ਆਉਣਾ ਜੀ। ਕਾਜੀ ਨੂੰ ਭੁੱਖ ਤੇ ਲੱਗੀ ਸੀਗੀ ਜੀ, ਸਫ਼ਰ ਬਹੁਤ ਕੀਤਾ ਸੀਗਾ ਤੇ 2 ਦਿਨ ਲੱਗਦੇ ਸੀਗੇ ਅੰਮ੍ਰਿਤਸਰ ਤੋਂ ਲਾਹੌਰ ਵਾਸਤੇ ਤੇ ਲਾਹੌਰ ਤੋਂ ਅੰਮ੍ਰਿਤਸਰ ਵਾਸਤੇ। ਕਾਜੀ ਨੇ ਜਦੋਂ ਜਾ ਕੇ ਉੱਥੇ ਪਹੁੰਚਿਆ, ਪਲੰਘਾ ਡੱਠਿਆ ਸੀਗਾ, ਕੌਲਾਂ ਜੀ ਨੇ ਥਾਲ ਸੰਵਾਰਿਆ, ਦਾਸੀ ਦੇ ਹੱਥ ਪ੍ਰਸ਼ਾਦਾ ਭੇਜਿਆ ਜੀ। ਫਿਰ ਜਦੋਂ ਅੱਧੇ ਤੋਂ ਵੱਧ ਪ੍ਰਸ਼ਾਦਾ ਛਕ ਲਿਆ ਨਾ ਜੀ, ਪਤਾ ਸੀ ਵੀ ਜੇ ਮੈਂ ਪਹਿਲਾਂ ਹੀ ਚਲੇਗੀ ਹੋ ਸਕਦਾ ਇਹ ਥੋੜਾ ਬਹੁਤਾ ਵੀ ਨਾ ਛਕੇ। ਆਖੋ ਵਾਹਿਗੁਰੂ ਵਾਹਿਗੁਰੂ। ਤੇ ਅੱਧੇ ਤੋਂ ਵੱਧ ਜਦੋਂ ਪ੍ਰਸ਼ਾਦਾ ਛਕ ਲਿਆ ਤੇ ਕੌਲਾਂ ਜੀ ਜਦੋਂ ਪ੍ਰਸ਼ਾਦਾ ਲੈ ਕੇ ਪਹੁੰਚੇ ਤੇ ਕਾਜੀ ਦੀ ਪਲੇਟ 'ਚ ਰੱਖਣ ਲੱਗੇ, ਥਾਲ 'ਚ ਰੱਖਣ ਲੱਗੇ ਵਾਹਿਗੁਰੂ। ਕਾਜੀ ਨੇ ਉੱਤੇ ਵੇਖਿਆ ਤੇ ਦੰਗ ਰਹਿ ਗਿਆ ਜੀ, ਦੰਗ ਰਹਿ ਗਿਆ। ਇਹ ਕੀ ਮੇਰੇ ਨਾਲ ਬਣ ਗਿਆ? ਕਾਜੀ ਤਾਂ ਸਮਝੋ ਵੀ ਚੜ੍ਹਾਈ ਕਰਕੇ ਆਇਆ ਸੀਗਾ, ਲੈਣ ਵਾਲਾ ਬਣ ਕੇ ਆਇਆ ਸੀ, ਇੱਥੇ ਦੇਣਦਾਰ ਬਣ ਗਿਆ ਜੀ। ਉਹਦੀ ਆਪਣੀ ਬੱਚੀ, ਉਂਝ ਭਾਈ ਵੀਰ ਸਿੰਘ ਜੀ ਦੱਸਦੇ ਆ ਕਿ ਇਹ ਕੌਲਾਂ ਜਿਹੜੀ ਸੀਗੀ ਇਹ ਇੱਕ ਹਿੰਦੂ ਪਰਿਵਾਰ ਦੀ ਬੱਚੀ ਸੀਗੀ ਜੀ, ਤੇ ਕਾਜੀ ਨੇ ਇਹਨੂੰ ਪਾਲਿਆ ਸੀਗਾ ਜੀ। ਤੇ ਕੁਝ ਗੁਰਮੁਖ ਪਿਆਰੇ ਦੱਸਦੇ ਆ ਵੀ ਕੌਲਾਂ ਜੀ ਨੂੰ ਨਾਮ ਦੀ ਰੰਗਤ ਸਾਈਂ ਮੀਆਂ ਮੀਰ ਜੀ ਦੀ ਸੰਗਤ ਵਿੱਚੋਂ ਲੱਗ ਚੁੱਕੀ ਸੀਗੀ ਜੀ। ਇਹਦੀ ਆਪਣੀ ਬੱਚੀ ਗੁਰੂ ਸਾਹਿਬ ਦੇ ਚਰਨਾਂ ਵਿੱਚ ਪੱਕੇ ਤੌਰ ਤੇ ਆ ਗਈ ਤੇ ਇਹਨੂੰ ਹੁਣ ਬਹੁਤ ਦੁੱਖ ਹੋਇਆ। ਥੋੜੇ ਜਿਹੇ ਇਹ ਬੁਰੇ ਬੋਲ ਬੋਲਦਾ, ਵੈਸੇ ਤੇ ਬਹੁਤ ਮਾੜੇ ਬੋਲਦਾ, ਪਰ 2-4 ਪੰਕਤੀਆਂ ਆਪ ਜੀ ਸੁਣ ਲਓ ਤੇ ਫਿਰ ਕੌਲਾਂ ਜੀ ਦੀ ਸ਼ਰਧਾ ਸੁਣਿਓ ਜੀ। ਕੌਲਾਂ ਜੀ ਨੇ ਸ਼ਰਧਾ ਵਿੱਚ ਆ ਕੇ ਕੀ ਉੱਤਰ ਦਿੱਤਾ, ਅੱਗੋਂ ਫਿਰ ਇਹ ਸੁਣਨਾ ਤੁਸੀਂ ਜੀ। ਪਿਆਰ ਦੇ ਨਾਲ ਗੱਜ ਕੇ ਸਾਰੀ ਸੰਗਤ ਆਖੋ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। 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 ਸਭ ਸਿੱਖ ਸੰਗਤ ਗੱਜ ਕੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਫੇਰ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ। ਹੇ ਖੁਦਾਏ ਮਾਰੀ ਕਿਆ ਕਰੀ। ਇਹ ਫਿਰ ਪ੍ਰਸ਼ਾਦਾ ਤੇ ਨੇ ਉੱਥੇ ਹੀ ਛੱਡ ਦਿੱਤਾ ਜੀ। ਤੇ ਕੌਲਾਂ ਜੀ ਨੂੰ ਕਹਿਣ ਲੱਗਾ ਵੀ ਖੁਦਾ ਦੀਏ ਮਾਰੀਏ, ਇਹ ਤੂੰ ਕੀ ਕੀਤਾ? ਜਨਮਤ ਕਿਉਂ ਨਾ ਪ੍ਰਥਮ ਹੀ ਮਰੀ। ਤੇ ਆਮ ਤੌਰ ਤੇ ਹੀ ਫਿਰ ਜਿਹੜੇ ਮਾਪਿਓ ਹੁੰਦੇ ਆ ਨਲਾਇਕ ਔਲਾਦ ਨੂੰ ਕਹਿੰਦੇ ਆ, ਪਰ ਕੌਲਾਂ ਜੀ ਦੀ ਤੇ ਅਵਸਥਾ ਵੱਡੀ ਹੈ ਨਾ ਜੀ, ਕਾਜੀ ਨਲਾਇਕ ਸਮਝਦਾ ਹੈ ਜੀ। ਆਖੋ ਧੰਨ ਧੰਨ ਬੀਬੀ ਕੌਲਾਂ ਜੀ। ਧੰਨ ਧੰਨ ਬੀਬੀ ਕੌਲਾਂ ਜੀ। ਹਾਂਜੀ। ਉਹ ਕਹਿਣ ਲੱਗਾ ਵੀ ਤੂੰ ਜੰਮਦਿਆਂ ਹੀ ਕਿਉਂ ਨਹੀਂ ਮਰ ਗਈ? ਇਸ ਤਰ੍ਹਾਂ ਦੀਆਂ ਗੱਲਾਂ ਕਹੀਆਂ। ਹਾਂਜੀ। ਅੱਜ ਹੂੰ ਬੋਲਤ ਨੇ ਡਰ ਨੇ ਲਾਜਾ। ਅਜੇ ਵੀ ਤੈਨੂੰ ਡਰ ਨਹੀਂ ਲੱਗਦਾ? ਕਹਿੰਦਾ ਪਿਤਾ ਦਾ ਘਰ ਛੱਡ ਕੇ ਚੁੱਪ ਕਰਕੇ ਹੀ ਇੱਧਰ ਆ ਗਈ, ਅਜੇ ਵੀ ਤੈਨੂੰ ਡਰ ਨਹੀਂ ਲੱਗਦਾ? ਤੂੰ ਬੇਸੰਗ ਬੋਲ ਰਹੀ ਹੈ। ਹਾਂਜੀ। ਗਈ ਆਬਰੋ ਦੀਰਘ ਆਜਾ। ਮੇਰੀ ਤੇ ਇੱਜ਼ਤ ਹੀ ਸਾਰੀ ਚਲੇਗੀ। ਪਿਤਾ ਦੇ ਘਰੋਂ ਧੀ ਬਿਨਾਂ ਦੱਸੇ ਉਹਨੂੰ ਛੱਡ ਕੇ ਹੀ ਘਰ ਆ ਜੇ, ਪਿਤਾ ਦੀ ਕੀ ਇੱਜ਼ਤ ਰਹਿੰਦੀ ਹੈ? ਕਹਿੰਦਾ ਮੇਰੀ ਤੇ ਇੱਜ਼ਤ ਹੀ ਸਾਰੀ ਚਲੇ ਗਈ। ਹਾਂਜੀ। ਸੁਣੀਆ ਹੈ ਪਿਤਾ ਖੁਦਾਏ ਨਾ ਮਾਰੀ। ਆਖੋ ਸ੍ਰੀ ਵਾਹਿਗੁਰੂ ਵਾਹਿਗੁਰੂ। ਤੇ ਫਿਰ ਕੌਲਾਂ ਜੀ ਅੱਗੋਂ ਕਹਿੰਦੇ ਪਿਤਾ ਜੀ ਸੁਣੋ, ਮੈਂ ਖੁਦਾ ਦੀ ਮਾਰੀ ਨਹੀਂ ਹੈਗੀ।
ਖੁਦਾ ਮਾਰੀ ਕਹਿੰਦੇ ਜਿਹਨੂੰ ਖੁਦਾ ਨੇ ਹੀ ਮਾਰ ਦਿੱਤਾ ਹੋਵੇ। ਪਿਤਾ ਜੀ ਮੈਂ ਖੁਦਾ ਦੀ ਮਾਰੀ ਨਹੀਂ ਚ ਹੈਗੀ। ਹਾਂਜੀ, ਭਾ ਸਹਾਏ ਭਵ ਸਾਗਰ ਤਾਰੀ। ਮੈਂ ਖੁਦਾ ਦੀ ਮਾਰੀ ਨਹੀਂ, ਖੁਦਾ ਦੀ ਤਾਰੀ ਹਾਂ ਕਹਿਣ ਲੱਗੀ। ਖੁਦਾ ਤਾਂ ਮੇਰੀ ਸਹਾਇਤਾ ਕਰ ਰਿਹਾ ਹੈ। ਕਹਿਣ ਲੱਗੀ ਉਹ ਤਾਂ ਸੰਸਾਰ ਸਮੁੰਦਰ ਤੋਂ ਤਾਰਨ ਵਾਲੇ ਹੈ। ਉਹ ਪਰਮੇਸ਼ਰ ਜੋ ਖੁਦਾ ਪਰਮੇਸ਼ਰ, ਉਹ ਮੈਨੂੰ ਮਾਰਨ ਵਾਲਾ ਨਹੀਂ ਸਗੋਂ ਮੇਰੀ ਸਹਾਇਤਾ ਕਰਨ ਵਾਲਾ ਬਣ ਗਿਆ। ਹਾਂਜੀ, ਧਨ ਆਪ ਕੋ ਮਾਨ ਆਨੰਦੋ। ਕਹਿਣ ਲੱਗੀ ਮੈਂ ਤਾਂ ਆਪਣੇ ਆਪ ਨੂੰ ਧੰਤਾ ਯੋਗ ਸਮਝਦੀ ਹਾਂ। ਮੈਂ ਮਾੜਾ ਨਹੀਂ ਆਪਣੇ ਆਪ ਨੂੰ ਸਮਝਿਆ। ਮੈਂ ਤਾਂ ਆਨੰਦ ਮਾਣ ਰਹੀ, ਆਨੰਦ। ਹਾਂਜੀ, ਪਰਵਦਗਾਰ ਬੰਦ ਕਰ ਬੰਦੋ। ਤੇ ਮੈਂ ਤਾਂ ਸਦਾ ਹੀ ਉਸ ਪਰਵਦਗਾਰ ਨੂੰ ਹੱਥ ਜੋੜ ਜੋੜ ਕੇ ਮੱਥਾ ਟੇਕਦੀ ਹਾਂ। ਪਿਤਾ ਜੀ ਤੁਸੀਂ ਵੀ ਆਪਣੇ ਆਪ ਨੂੰ ਧੰਤਾ ਯੋਗ ਸਮਝੋ ਤੇ ਪਰਵਦਗਾਰ ਦੇ ਚਰਨਾਂ 'ਚ ਝੁਕੋ। ਆਖੋ ਸ੍ਰੀ ਵਾਹਿਗੁਰੂ ਵਾਹਿਗੁਰੂ। ਹਾਂਜੀ, ਕਹਿਣ ਲੱਗੀ ਮੈਂ ਧੰਨ ਹੈਗੀ ਹਾਂ, ਆਪਣੇ ਆਪ ਨੂੰ ਧੰਨ ਸਮਝਦੀ ਹਾਂ। ਤੇ ਪਿਤਾ ਜੀ ਤੁਸੀਂ ਵੀ ਆਪਣੇ ਆਪ ਨੂੰ ਧੰਨ ਸਮਝੋ। ਮੈਨੂੰ ਗੁਰੂ ਜੀ ਨੇ ਪ੍ਰਵਾਨ ਕਰਕੇ ਆਪਣੇ ਚਰਨਾਂ 'ਚ ਰੱਖ ਲਿਆ। ਮੈਂ ਗੁਰੂ ਕੀ ਸੰਗਤ ਵਿੱਚ ਆਉਣ ਲੱਗ ਪਈ। ਪਿਆਰਿਓ, ਬੜੀ ਵੱਡੀ ਦਾਤ 'ਚ ਜੇ ਕਿਸੇ ਨੂੰ ਸੰਗਤ ਦਾ ਰੰਗ ਲੱਗ ਜਾਵੇ ਜੀ। ਭਲਾਈ ਦੇ ਵਿੱਚ ਸਤਸੰਗ ਘਰ ਹੈ। ਸਤਸੰਗ ਘਰ ਦੇ ਵਿੱਚ ਇੱਕ ਬਜ਼ੁਰਗ ਮਾਤਾ ਜੀ ਆਉਂਦੇ ਹੈ। ਉਹਨਾਂ ਦਾ ਨਾਮ ਹੈ ਮਾਤਾ ਨਿਧਾਨ ਕੌਰ ਜੀ। ਹਾਂਜੀ, ਉਸ ਮਾਤਾ ਜੀ ਦਾ ਜੀਵਨ ਲਗਭਗ 50-52 ਸਾਲ ਹੋ ਗਏ ਜੀ ਉਹਨਾਂ ਨੂੰ। ਕਦੀ ਸ਼ਾਮ ਨੂੰ ਉਹਨਾਂ ਨੇ ਸੰਗਤ ਵਿੱਚੋਂ ਨਾਗਾ ਨਹੀਂ ਪਾਇਆ ਜੀ। ਆਪਣੇ ਕੋਲ ਤੇ ਨਾਗੇ ਪੈ ਜਾਂਦੇ, ਕਦੀ ਨਾਗਾ ਨਹੀਂ ਪਾਇਆ। ਭਾਵੇਂ ਬਿਮਾਰ ਹੋਣ ਤਾਂ ਵੀ ਨਾਗਾ ਨਹੀਂ ਪਾਉਂਦੇ ਜੀ। ਤੇ ਪਤਾ ਕੀ ਜੀ, ਉਹਨਾਂ ਨੂੰ ਇੱਕੋ ਵਾਰੀ ਮਹਾਂਪੁਰਖਾਂ ਕਿਹਾ ਸੀਗਾ ਕਿ ਸੰਗਤ 'ਚ ਆਇਆ ਕਰੋ ਜੀ। ਇੰਨਾ ਸੰਗਤ ਦਾ ਆਨੰਦ ਲੱਗ ਗਿਆ। ਮੈਨੂੰ ਗੁਰਮੁਖ ਪਿਆਰੇ ਦੱਸਣ, ਕਹਿੰਦੇ ਉਹ ਇੱਕ ਦਿਨ ਲੇਟ ਹੋ ਗਏ ਜੀ। ਤੇ ਬੱਸ ਵਾਲੇ ਦੇ ਲਾਗੇ ਜਾ ਕੇ ਉਹਨੂੰ ਕਹਿਣ ਵੀ ਛੇਤੀ ਬੱਸ ਚਲਾ, ਛੇਤੀ ਬੱਸ ਚਲਾ। ਹੁਣ ਬੀਬੀ ਐ, ਸੰਗ ਵੀ ਆਉਂਦੀ ਕਹਿਣ ਨੂੰ, ਪਰ ਕੋਈ ਸੰਗ ਨਹੀਂ ਉਹਨਾਂ ਨੂੰ। ਉਹ ਬੱਸ ਵਾਲੇ ਨੂੰ ਕਹਿਣ ਵੀ ਛੇਤੀ ਬੱਸ ਚਲਾ, ਮੈਂ ਸੰਗਤ ਚੋਂ ਲੇਟ ਹੋ ਗਈਆਂ ਕਹਿਣ ਲੱਗੇ। ਹੁਣ ਦੋ ਗੱਲਾਂ ਨੇ ਪਿਆਰਿਓ, ਇੱਕ ਹੁੰਦਾ ਜੇ ਨਸ਼ਾ ਕਰਨਾ, ਇੱਕ ਹੁੰਦਾ ਨਸ਼ਾ ਲੱਗ ਜਾਣਾ। ਨਸ਼ਾ ਬੰਦਾ ਕਰਦਾ ਹੈ, ਕਦੀ ਕਦੀ ਕਰ ਲਿਆ, ਉਹਦਾ ਸ਼ੌਂਕ ਹੈ। ਪਰ ਨਸ਼ਾ ਕਰਨ ਵਾਲਾ ਨਸ਼ੇ ਤੋਂ ਬਗੈਰ ਰਹਿ ਸਕਦਾ ਹੈ, ਪਰ ਜਿਹਨੂੰ ਨਸ਼ਾ ਲੱਗ ਜਾਂਦਾ ਹੈ ਨਾ, ਉਹ ਫਿਰ ਨਸ਼ੇ ਤੋਂ ਬਗੈਰ ਨਹੀਂ ਰਹਿ ਸਕਦਾ ਜੀ। ਇਸੇ ਤਰ੍ਹਾਂ ਨਾ, ਉਹ ਨਸ਼ੇ ਤੋਂ ਬਗੈਰ ਨਹੀਂ ਰਹਿ ਸਕਦਾ। ਇਸੇ ਤਰ੍ਹਾਂ ਕੁਝ ਲੋਕ ਸੰਗਤ ਕਰਦੇ ਹਨ, ਉਹ ਸੰਗਤ ਤੋਂ ਬਗੈਰ ਫਿਰ ਰਹਿ ਸਕਦੇ ਹੈ, ਪਰ ਜਿਨ੍ਹਾਂ ਨੂੰ ਸੰਗਤ ਲੱਗ ਜਾਂਦੀ ਹੈ ਨਾ ਪਿਆਰਿਓ, ਉਹ ਸੰਗਤ ਤੋਂ ਬਗੈਰ ਰਹਿ ਹੀ ਨਹੀਂ ਸਕਦੇ ਜੀ। ਉਹਨਾਂ ਕੋਲ ਰਿਹਾ ਹੀ ਨਹੀਂ ਜਾਣਾ। ਉਹ ਡਿੱਗਦੇ ਢਹਿੰਦੇ ਬਸ ਸਤਿਗੁਰੂ ਦੇ ਚਰਨਾਂ 'ਚ ਪਹੁੰਚ ਹੀ ਜਾਂਦੇ ਨੇ ਜੀ। ਅਰਦਾਸ ਕਰੋ, ਸੱਚੇ ਪਾਤਸ਼ਾਹ ਸਾਨੂੰ ਸੰਗਤ ਲੱਗੇ। ਜਿਵੇਂ ਭੁੱਖ ਲੱਗ ਜਾਂਦੀ ਹੈ, ਭੁੱਖ ਤੋਂ ਬਗੈਰ ਬੰਦਾ ਰਹਿ ਨਹੀਂ ਸਕਦਾ, ਪ੍ਰਸ਼ਾਦੇ ਤੋਂ ਬਗੈਰ ਰਹਿ ਨਹੀਂ ਸਕਦਾ। ਰੋਟੀ ਲੱਗ ਗਈ, ਭੁੱਖ ਲੱਗ ਗਈ ਜੀ। ਕੌਲਾਂ ਜੀ ਨੂੰ ਸੰਗਤ ਲੱਗ ਚੁੱਕੀ ਹੈ। ਇਸੇ ਕਰਕੇ ਕਹਿਣ ਲੱਗੇ ਮੈਂ ਤੇ ਆਪਣੇ ਆਪ ਨੂੰ ਧੰਤਾ ਯੋਗ ਸਮਝਦੀ, ਤੇ ਤੁਸੀਂ ਵੀ ਧੰਤਾ ਯੋਗ ਸਮਝੋ। ਇੱਥੇ ਆਪਣੇ ਆਪ ਨੂੰ ਧੰਤਾ ਯੋਗ ਹੰਕਾਰ ਨਹੀਂ ਹੈਗਾ ਵੀ ਮੈਂ ਧੰਨ ਹੋ ਗਈ ਹਾਂ, ਨਹੀਂ। ਪਿਤਾ ਜੀ ਧੰਨ ਆਪ ਕੋ ਮਾਨ ਆਨੰਦ ਹੋ। ਤੁਸੀਂ ਵੀ ਆਪਣੇ ਆਪ ਨੂੰ ਧੰਨ ਮੰਨੋ, ਆਨੰਦ ਲਵੋ, ਪਰਵਰਦਿਗਾਰ ਦਾ ਸਿਮਰਨ ਕਰੋ। ਹਾਂਜੀ, ਇਮ ਸੰਬੰਧ ਕਾਦਰ ਨੇ ਕੀਨ। ਇਹ ਰੱਬ ਦੀ ਮਿਹਰ ਹੋ ਗਈ ਹੈ ਕਹਿਣ ਲੱਗੇ। ਕਾਦਰ ਨੇ, ਪਰਮੇਸ਼ਰ ਨੇ, ਖੁਦਾ ਨੇ ਮਿਹਰ ਕਰ ਦਿੱਤੀ ਹੈ। ਪੀਰਨ ਪੀਰ ਆਸਰਾ ਦੀਨ। ਜਿਹੜਾ ਮੈਨੂੰ ਪੀਰਾਂ ਦੇ ਪੀਰ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨਾਂ ਦਾ ਆਸਰਾ ਦੇ ਦਿੱਤਾ ਹੈ।
ਰੱਬ ਦੀ ਮਿਹਰ ਹੋ ਗਈ ਕਹਿਣ ਲੱਗੇ ਮੇਰੇ ਤੇ। ਔਰ ਵਾਕਈ ਸੰਗਤ ਜੀ ਇਹ ਖੁਦਾ ਦੀ ਪ੍ਰਤੱਖ ਮਿਹਰ ਹੈ, ਕਿਸੇ ਨੂੰ ਮਹਾਰਾਜ ਦੇ ਚਰਨਾਂ ਦਾ ਆਸਰਾ ਮਿਲ ਜਾਣਾ ਜੀ। ਹਾਂਜੀ। ਜਿਸ ਕੋ ਜ਼ਾਹਰ ਜਗਤ ਜ਼ਹੂਰਾ, ਹਿੰਦ ਤੁਰਕ ਜਿਸ ਕਹਿ ਗੁਰ ਪੂਰਾ। ਜਿਨ੍ਹਾਂ ਦਾ ਪ੍ਰਤਾਪ ਜਗਤ ਵਿੱਚ ਪ੍ਰਤੱਖ ਹੈ, ਕੌਲਾਂ ਜੀ ਕਹਿਣ ਲੱਗੇ। ਹਿੰਦੂ ਹੋਵੇ ਤੁਰਕ ਹੋਵੇ, ਹਿੰਦੂ ਗੁਰੂ ਕਹਿ ਰਹੇ ਹੈ, ਤੁਰਕ ਉਹਨਾਂ ਨੂੰ ਪੀਰ ਕਹਿ ਰਹੇ ਹੈ। ਪਿਤਾ ਜੀ ਮੈਨੂੰ ਉਹਨਾਂ ਦੇ ਚਰਨਾਂ ਦਾ ਆਸਰਾ ਮਿਲਿਆ ਜਿਨ੍ਹਾਂ ਨੂੰ ਸਾਰਾ ਜਗਤ ਹੀ ਪੂਜਦਾ ਹੈ, ਜਿਨ੍ਹਾਂ ਦੇ ਚਰਨਾਂ ਵਿੱਚ ਸੁੱਖ ਹੀ ਸੁੱਖ ਹਨ, ਜਿਨ੍ਹਾਂ ਦੇ ਚਰਨਾਂ ਵਿੱਚ ਆ ਕੇ ਮੁਕਤੀ ਮਿਲ ਜਾਂਦੀ ਹੈ। ਮੈਨੂੰ ਉਹਨਾਂ ਸਤਿਗੁਰਾਂ ਦੇ ਚਰਨਾਂ ਦਾ ਆਸਰਾ ਮਿਲ ਗਿਆ ਹੈ। ਜੀਅਰੇ ਓਲਾ ਨਾਮ ਕਾ, ਹਰ ਕੇ ਨਾਮ ਕੀ ਮਹਾਰਾਜ ਕਹਿੰਦੇ ਓਟ ਲਾ। ਆਖੋ ਵਾਹਿਗੁਰੂ ਵਾਹਿਗੁਰੂ। ਹਰ ਕਾ ਨਾਮ ਦਾਸ ਕੀ ਓਟ, ਰੱਬ ਦੇ ਨਾਮ ਦੀ ਓਟ ਰੱਬ ਦਾ ਦਾਸ ਕੋਲ ਪੱਕੀ ਹੁੰਦੀ ਹੈ ਜੀ। ਹਾਂਜੀ। ਮੈਂ ਤੋ ਤਰੀ ਪਰੀ ਸ਼ਰਨਾਈ। ਵੇਖ ਲੋ ਕੌਲਾਂ ਜੀ ਨੂੰ ਭਰੋਸਾ ਹੈ, ਜੀ ਦਾਨ ਮਿਲ ਗਿਆ ਨਾ, ਕੌਲਾਂ ਜੀ ਨੂੰ ਭਰੋਸਾ ਹੈ। ਕੌਲਾਂ ਜੀ ਆਪਣੇ ਪਿਤਾ ਜੀ ਨੂੰ ਕਹਿਣ ਲੱਗੇ, ਪਿਤਾ ਜੀ ਮੈਂ ਤੇ ਤਰ ਗਈ ਹਾਂ। ਆਖੋ ਵਾਹਿਗੁਰੂ ਵਾਹਿਗੁਰੂ। ਇੰਨਾ ਕੁ ਤੇ ਸਾਧ ਸੰਗਤ ਜੀ ਗੁਰਸਿੱਖ ਨੂੰ ਭਰੋਸਾ ਹੋਣਾ ਹੀ ਚਾਹੀਦਾ ਹੈ ਜੀ। ਸਾਡੇ ਇੰਨੇ ਵੱਡੇ ਸਤਿਗੁਰੂ ਸਾਨੂੰ ਡੁੱਬਣ ਨਹੀਂ ਦੇਣਗੇ ਜੀ। ਪਿਤਾ ਜੀ ਮੈਂ ਤੇ ਤਰ ਗਈ ਹਾਂ ਸਤਿਗੁਰੂ ਜੀ ਦੇ ਚਰਨਾਂ ਵਿੱਚ ਆ ਕੇ। ਨਿਕਸੀ ਨਰਕ ਸੁਰਗ ਮਹੁ ਆਈ। ਸਗੋਂ ਮੈਂ ਨਰਕਾਂ ਚੋਂ ਨਿਕਲ ਕੇ ਮਾਨੋ ਸਵਰਗਾਂ ਵਿੱਚ ਆ ਗਈ ਹਾਂ। ਹਾਂਜੀ। ਅਬ ਤੂੰ ਕਰੈ ਕਾਮ ਨਾ ਜੈਸੇ, ਭਲੀ ਕੇ ਬੁਰੀ ਲਾਹੈ ਫਲ ਤੈਸੇ। ਤੇ ਕੌਲਾਂ ਜੀ ਡਰੇ ਨਹੀਂ ਜੀ, ਸਿੱਧੇ ਤੌਰ ਤੇ ਖੁੱਲੇ ਤੌਰ ਤੇ ਆਪਣੇ ਪਿਤਾ ਜੀ ਨੂੰ ਕਹਿਣ ਲੱਗੇ, ਪਿਤਾ ਜੀ ਹੁਣ ਤੇ ਤੁਹਾਡੀ ਮਰਜ਼ੀ ਹੈ, ਮੈਂ ਤੇ ਤਰ ਗਈ, ਮੈਂ ਤੇ ਸ਼ਰਨ ਚ ਆ ਗਈ। ਹੁਣ ਇਸ ਗੱਲ ਨੂੰ ਜਿਵੇਂ ਸੋਚੋਗੇ ਉਵੇਂ ਦਾ ਤੁਹਾਨੂੰ ਫਲ ਮਿਲੇਗਾ। ਕਹਿਣ ਲੱਗੇ ਜੇ ਤੇ ਬੁਰਾ ਸੋਚੋਗੇ ਤੇ ਬੁਰਾ ਫਲ ਮਿਲੇਗਾ, ਤੇ ਪਿਤਾ ਜੀ ਜੇ ਚੰਗਾ ਸੋਚੋਗੇ ਤੇ ਚੰਗਾ ਫਲ ਮਿਲੇਗਾ। ਮੈਂ ਬੇਨਤੀ ਕਰਾਂ, ਫਿਰ ਅੱਗੇ ਕਥਾ ਤੋਰਾਂਗੇ ਆਪਾਂ। ਵਿਰਲੇ ਪਿਓ ਹੁੰਦੇ ਚ ਜਿਹੜੇ ਆਪਣੀਆਂ ਧੀਆਂ ਨੂੰ ਗੁਰੂ ਕੇ ਜਹਾਜ਼ੇ ਚਾੜ ਦਿੰਦੇ ਆ ਜੀ। ਵਿਰਲੇ ਮਾਂ ਪਿਓ ਹੁੰਦੇ ਜੀ, ਨਹੀਂ ਤੇ ਪੁੱਤ ਨੂੰ ਭੇਜ ਦੇਣਗੇ, ਬੱਚੀ ਨੂੰ ਨਹੀਂ ਭੇਜਣਗੇ। ਉਹਦਾ ਕੋਈ ਕਾਰਨ ਵੀ ਹੈ, ਸਮਾਜ ਦੀ ਨਿਗਾਹ ਨਹੀਂ ਪਵਿੱਤਰ ਹੈਗੀ ਜੀ ਸਾਧ ਸੰਗਤ ਜੀ। ਇਸ ਕਰਕੇ ਮਾਂ ਪਿਓ ਨਾਲ ਹੀ ਲੈ ਕੇ ਆਉਂਦੇ ਤੇ ਨਾਲ ਹੀ ਲੈ ਜਾਂਦੇ ਜੀ। ਚਾਹੀਦਾ ਵੀ ਹੈ, ਪਰ ਬੱਚੀਆਂ ਨੂੰ ਵੀ ਸਤਿਗੁਰੂ ਦੇ ਚਰਨਾਂ 'ਚ ਲੈ ਕੇ ਆਇਆ ਕਰੋ, ਲੈ ਕੇ ਆਇਆ ਕਰੋ। ਕੌਲਾਂ ਜੀ ਦੇ ਭਾਗ ਜਾਗ ਗਏ ਜੀ। ਹਾਂਜੀ। ਸੁਨ ਕਾਜ਼ੀ ਔਰ ਜਰ ਬਰ ਗਯੂ। ਕੌਲਾਂ ਜੀ ਨੇ ਤਾਂ ਪ੍ਰੇਮ 'ਚ ਸਭ ਕੁਝ ਕਹਿ ਦਿੱਤਾ ਜੀ, ਡਰੇ ਨਹੀਂ ਜੀ। ਪਰ ਕਾਜ਼ੀ ਸੁਣ ਕੇ ਸੜ ਗਿਆ ਜੀ, ਜਲ ਗਿਆ ਉਹਦਾ ਹਿਰਦਾ ਜਲ ਗਿਆ। ਹਾਂਜੀ। ਗਮਨਤ ਵਹਿਰ ਕਹਿਤ ਇਮ ਭਇਓ। ਆਖੋ ਵਾਹਿਗੁਰੂ। ਤੇ ਬਾਹਰ ਨਿਕਲ ਰਿਹਾ, ਤੇ ਬਾਹਰ ਨਿਕਲਦਾ ਇਉਂ ਕਹਿਣ ਲੱਗਾ, ਹੈ ਸਦ ਹੈਫ ਲਾਜ ਕੁਲ ਤੋਟੀ। ਮਾਰਤ ਪ੍ਰਥਮ ਲਖਤ ਅਸ ਖੋਟੀ। ਕਹਿੰਦਾ ਤੈਨੂੰ 100 ਵਾਰ ਅਫਸੋਸ ਹੋਣਾ ਚਾਹੀਦਾ, ਤੂੰ ਮੇਰੇ ਘਰ ਦੀ ਲਾਜ ਤੋੜ ਦਿੱਤੀ ਹੈ। ਤੈਨੂੰ ਤਾਂ ਜੰਮਦੀ ਨੂੰ ਮਾਰ ਦੇਣਾ ਚਾਹੀਦਾ ਸੀ। ਇਸ ਤਰ੍ਹਾਂ ਦੀਆਂ ਗੱਲਾਂ ਕਰ ਰਿਹਾ। ਹਾਂਜੀ। ਅਬ ਭੀ ਫਾਂਸੀ ਦੇ ਤੁਝ ਮਾਰੋ, ਨਹਿ ਪਰੰਤੂ ਬਸ ਚੱਲਹਿ ਵਿਚਾਰੋ। ਕਹਿੰਦਾ ਸਮਾਜ ਦਾ ਡਰ ਹੈ, ਫਾਂਸੀ ਦੇ ਕੇ ਮਾਰ ਦੇਣਾ ਸੀ ਤੈਨੂੰ ਹੁਣੇ ਮੈਂ, ਪਰ ਮੇਰਾ ਵਸ ਨਹੀਂ ਚੱਲਦਾ। ਸਾਧ ਸੰਗਤ ਜੀ ਕਾਜੀ ਦਾ ਵਸ ਕੀ ਚੱਲਣਾ ਹੈ। ਕੌਲਾਂ ਜੀ ਉੱਥੇ ਆ ਗਏ ਜਿੱਥੇ ਜਮਾਂ ਦਾ ਵਸ ਵੀ ਨਹੀਂ ਚੱਲਦਾ ਜੀ। ਆ ਇੰਨਾ ਏਰੀਆ ਨਾ ਜਿਹੜਾ ਜਿੱਥੇ ਤੁਸੀਂ ਬੈਠੇ ਜੇ, ਭਾਗਾਂ ਵਾਲੇ ਸਮਝਿਆ ਕਰੋ। ਔਰ ਇੰਨੇ ਏਰੀਏ 'ਚ ਬੈਠ ਕੇ ਪਿਆਰਿਓ ਬਿਲਕੁਲ ਆਪਣੇ ਮਨ ਤੇ ਕੰਟਰੋਲ ਰੱਖਿਆ ਕਰੋ। ਇੱਥੇ ਤਾਂ ਜਮਾਂ ਦਾ ਵਸ ਵੀ ਨਹੀਂ ਚੱਲਦਾ ਜੀ। ਇਹ ਬਹੁਤ ਪਵਿੱਤਰ ਜਗ੍ਹਾ ਹੈ ਜੀ, ਸਤਿਗੁਰੂ ਦੀ ਹਾਜ਼ਰੀ। ਉਹ ਕਹਿੰਦਾ ਮੇਰਾ ਵਸ ਨਹੀਂ ਚੱਲਦਾ ਤੈਨੂੰ ਫਾਂਸੀ ਦੇ ਦੇਣੀ। ਉਹਨੂੰ ਕੌਣ ਦੱਸੇ ਤੇਰਾ ਵਸ ਕਿਉਂ ਨਹੀਂ ਚੱਲਦਾ। ਇੱਥੇ ਤੇ ਜਮਾਂ ਦਾ ਵਸ ਵੀ ਨਹੀਂ ਚੱਲਦਾ, ਤੇਰਾ ਵਸ ਕਿਵੇਂ ਚੱਲੇਗਾ।
ਹਾਂਜੀ। ਇਮ ਕਹੈ ਗਾਰੀ ਬ੍ਰਿੰਦ ਨਿਕਾਰਤ। ਉਹ ਫਿਰ ਆਪਣੇ ਹਿਸਾਬ ਨਾਲ ਕਾਜੀ ਗਾਲਾਂ ਕੱਢਣ ਲੱਗ ਪਿਆ ਜੀ। ਨਿਕਸਿਓ ਵਹਿਰ ਸ਼ੋਕ ਰਿਸ ਧਾਰਤ। ਤੇ ਦੁਖੀ ਹੋਇਆ, ਗੁੱਸੇ ਹੋਇਆ, ਸਾਧ ਸੰਗਤ ਜੀ ਉੱਥੋਂ ਬਾਹਰ ਨਿਕਲ ਗਿਆ ਤੰਬੂ ਚੋਂ। ਸ਼੍ਰੀ ਹਰਗੋਬਿੰਦ ਥਿਤ ਜਿਸ ਥਾਨ। ਹੁਣ ਉਹਨੇ ਰਾਤ ਰਹਿਣਾ ਸੀਗਾ ਜੀ ਆ ਕੇ, ਪਰ ਉਹਨੇ ਫੁਰਨਾ ਛੱਡਤਾ ਵੀ ਮੈਂ ਰਾਤ ਨਹੀਂ ਰਹਿਣਾ। ਜਿਸ ਜਗ੍ਹਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਾਲਕ ਸਤਿਗੁਰੂ ਜੀ ਬੈਠੇ ਹਨ, ਲੱਗਿਓ ਸਮੀਪ ਦੀਵਾਨ ਮਹਾਨ। ਸਤਿਗੁਰੂ ਜੀ ਦਾ ਭਾਰੀ ਦੀਵਾਨ ਲੱਗਾ, ਗੁਰੂ ਜੀ ਦੀਆਂ ਸੰਗਤਾਂ ਬੈਠੀਆਂ, ਸਿੰਘ ਬੈਠੇ, ਸ਼ਸਤਰਧਾਰੀ ਸੂਰਮੇ ਬੈਠੇ ਆ। ਤਾਹਾਂ ਤੁਰੰਗ ਬਾਂਧ ਕਰ ਗਇਓ। ਇਹ ਉੱਥੇ ਘੋੜਾ ਬੰਨ੍ਹ ਕੇ ਗਿਆ ਸੀਗਾ ਜੀ ਕਾਜੀ ਜੀ। ਹਾਂਜੀ। ਲੈਬੇ ਹੇਤ ਸੋ ਆਵਤ ਭਇਓ। ਇਹ ਆਪਣਾ ਘੋੜਾ ਲੈਣ ਵਾਸਤੇ ਆਇਆ ਜੀ, ਗੁਰੂ ਜੀ ਨੂੰ ਮਿਲਣ ਨਹੀਂ ਆਇਆ ਜੀ, ਘੋੜਾ ਲੈਣ ਵਾਸਤੇ ਆਇਆ ਜੀ। ਹਾਂਜੀ। ਬੁਰਕਾ ਮਾਨੋ ਲਾਜ ਕੋ ਪਾਵਾ। ਤੇ ਹੁਣ ਬਹੁਤ ਸ਼ਰਮਿੰਦਾ ਹੈ ਜੀ। ਅੱਗੇ ਤੇ ਆਕੜਿਆ ਸੀ ਨਾ, ਲੈਣ ਵਾਲਾ ਬਣ ਕੇ ਆਇਆ ਸੀਗਾ, ਤੇ ਹੁਣ ਮਾਨੋ ਸ਼ਰਮ ਦਾ ਬੁਰਕਾ ਪੈ ਗਿਆ ਹੋਵੇ, ਮੁੱਖ ਨਹੀਂ ਤਾਂ ਕਰਦਾ ਜੀ। ਹਾਂਜੀ। ਨਹਿ ਉੱਚੇ ਕੋ ਬਦਨ ਉਠਾਵਾ। ਮੁੱਖ ਹੀ ਨਹੀਂ ਉੱਚਾ ਕਰਦਾ, ਤੇ ਗੱਲ ਕੀ ਕਰਨੀ ਸੀ ਕਾਜੀ ਨੇ। ਸ਼੍ਰੀ ਗੁਰ ਪਿਖਿਓ ਦੂਰ ਤੇ ਆਵਤ। ਆਖੋ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਮਾਲਕ ਸਤਿਗੁਰੂ ਗਰੀਬ ਨਵਾਜ ਜੀ ਨੇ ਇਹਨੂੰ ਦੂਰੋਂ ਆਉਂਦਿਆਂ ਵੇਖਿਆ ਜੀ ਕਾਜੀ ਨੂੰ ਜੀ। ਹਾਂਜੀ। ਸੁੰਦਰ ਬਦਨ ਮੰਦ ਮੁਸਕਾਵਤ। ਤੇ ਜਦੋਂ ਮਹਾਰਾਜ ਨੇ ਦੂਰੋਂ ਆਉਂਦਿਆਂ ਵੇਖਿਆ ਤੇ ਮਹਾਰਾਜ ਇਹਨੂੰ ਵੇਖ ਕੇ ਮੁਸਕਰਾਉਣ ਲੱਗ ਪਏ ਜੀ। ਵੀ ਹੁਣ ਇਹਨੂੰ ਸੱਚ ਦਾ ਲੱਗ ਗਿਆ ਪਤਾ, ਤੇ ਹੁਣ ਧੌਣ ਵੀ ਨਹੀਂ ਤਾਂ ਚੁੱਕਦਾ। ਹਾਂਜੀ। ਅਪਰ ਜੇ ਸਿੱਖ ਜਾਣਹਿ ਬਿਰਤਾਂਤ। ਦੇਖ ਗੁਰੂ ਕੀ ਦਿਸ਼ ਮੁਸਕਾਵਤ। ਹੋਰ ਸਿੱਖ ਜਿਹੜੇ ਇਸ ਗੱਲ ਨੂੰ ਜਾਣਦੇ ਸੀ ਨਾ ਵੀ ਇਹ ਉਹ ਕਾਜੀ ਹੈ ਜਿਹਦੀ ਬੱਚੀ ਸਤਿਗੁਰੂ ਦੀ ਸੰਗਤ ਚ ਆ ਗਈ, ਘਰ ਛੱਡ ਕੇ ਆ ਗਈ ਆਪਣਾ, ਤੇ ਸਾਧ ਸੰਗਤ ਜੀ ਉਹ ਗੁਰੂ ਕੇ ਸਿੱਖਾਂ ਵੇਖਿਆ ਵੀ ਮਹਾਰਾਜ ਤੇ ਮੁਸਕਰਾ ਰਹੇ ਆ। ਆਖੋ ਵਾਹਿਗੁਰੂ ਵਾਹਿਗੁਰੂ। ਤੇ ਉਹ ਸਿੱਖ ਵੀ ਜਾਣ ਗਏ ਤੇ ਉਹ ਵੀ ਮੁਸਕਰਾਉਣ ਲੱਗ ਪਏ ਜੀ। ਉਹਨਾਂ ਨੂੰ ਪਤਾ ਲੱਗ ਗਿਆ ਜੀ, ਉਹ ਵੀ ਥੋੜਾ ਥੋੜਾ ਮੁਸਕਰਾਉਣ ਲੱਗ ਪਏ। ਹਾਂਜੀ। ਨਿਜ ਤਨੁਜਾ ਸੋ ਮਿਲ ਕਰ ਕਾਜ਼ੀ। ਰਿਸਿਓ ਹਿਰਦੈ ਹੋਇਸ ਰਾਜ਼ੀ। ਉਹ ਸਾਰੇ ਮਨ ਚ ਸੋਚਦੇ ਵੀ ਹੁਣ ਧੀ ਨੂੰ ਮਿਲ ਕੇ ਖੁਸ਼ ਹੋਇਆ ਹੋਊਗਾ, ਚੰਗਾ ਖੁਸ਼ ਹੋਇਆ ਹੋਏਗਾ। ਗੁਰੂ ਸਾਹਿਬ ਨੂੰ ਮਾੜਾ ਬੋਲਦਾ, ਬਾਬਾ ਬੁੱਢਾ ਜੀ ਨੂੰ ਮਾੜਾ ਬੋਲਦਾ, ਆਪਣੀ ਬੱਚੀ ਉਹਦਾ ਘਰ ਛੱਡ ਕੇ ਸੰਗਤ ਵਿੱਚ ਆ ਕੇ ਬਹਿ ਗਈ ਜੀ। ਹਾਂਜੀ। ਆਵਤ ਦੇਖਤ ਕ੍ਰੋਧ ਤੇ ਦੀਨ। ਤੇ ਮਹਾਰਾਜ ਨੇ ਵੇਖ ਲਿਆ ਵੀ ਕ੍ਰੋਧ ਚ ਹੈਗਾ, ਤੇ ਕੀ ਕਰੇ, ਝੂਰਨ ਵੀ ਦਿਆ। ਹਾਂਜੀ। ਨੀਚੇ ਕੀਨਸ ਬਦਨ ਮਲੀਨ। ਤੇ ਐ ਮੁਖੜਾ ਮਾਨੋ ਮੈਲਾ ਹੋਇਆ ਪਿਆ ਤੇ ਨੀਵਾਂ ਕੀਤਾ ਜੀ। ਹਾਂਜੀ। ਸਤਿਗੁਰ ਭੰਨਿਓ ਸੋ ਜਾਣਿਓ ਜਾਏ। ਮਿਲ ਤਨੁਜਾ ਸੰਗ ਭਾਜਿਸ ਭਾਏ। ਆਖੋ ਵਾਹਿਗੁਰੂ। ਮਹਾਰਾਜ ਸਿੱਖਾਂ ਨੂੰ ਕਹਿਣ ਲੱਗੇ ਵੀ ਸਾਨੂੰ ਦੱਸ ਤੇ ਜਾਵੇ ਵੀ ਧੀ ਨਾ ਮਿਲ ਕੇ ਕਿਹੜੀ ਗੱਲ ਕਰਕੇ ਆਇਆ। ਹਾਂਜੀ। ਖਰੇ ਹੋਏ ਢਿਗ ਨਫਰ ਪਠਾਵਾ। ਹਿਤ ਅਰੁਡਬੇ ਤੁਰੰਗ ਮੰਗਾਵਾ। ਕਾਜੀ ਦੂਰ ਖਲੋਤਾ, ਆਪਣੇ ਨੌਕਰ ਨੂੰ ਕਹਿੰਦਾ ਵੀ ਜਾ ਘੋੜਾ ਖੋਲ ਕੇ ਲੈ ਕੇ ਆ। ਹੁਣ ਲਾਗੇ ਨਹੀਂ ਸੀ ਆਉਣਾ ਚਾਹੁੰਦਾ ਸਤਿਗੁਰਾਂ ਦੇ। ਸ਼੍ਰੀ ਹਰਗੋਬਿੰਦ ਦਾਸ ਪਠਾਇਓ। ਤੇ ਧੰਨ ਮਹਾਰਾਜ ਗਰੀਬ ਨਵਾਜ ਸੱਚੇ ਪਾਤਸ਼ਾਹ ਸਤਿਗੁਰੂ ਜੀ ਨੇ ਇੱਕ ਸੇਵਕ ਭੇਜਿਆ ਆਪਣਾ ਜੀ। ਕਾਜ਼ੀ ਕੋ ਸਮੀਪ ਬੁਲਵਾਇਓ। ਮਹਾਰਾਜ ਕਹਿੰਦੇ ਜਾ ਸਿੱਖਾ ਕਾਜੀ ਨੂੰ ਸੱਦ ਕੇ ਲੈ ਕੇ ਆ। ਹਾਂਜੀ। ਜਬ ਸੇਵਕ ਨੇ ਜਾਏ ਹਕਾਰਾ। ਸੇਵਕ ਨੇ ਜਾ ਕੇ ਕਾਜੀ ਜੀ ਨੂੰ ਸੱਦਿਆ ਜੀ। ਮਹਾ ਕ੍ਰੋਧ ਤੇ ਨਿਠੁਰ ਉਚਾਰਾ। ਤੇ ਉਹ ਗੁੱਸੇ ਹੋ ਗਿਆ ਜੀ ਕਾਜੀ ਜੀ, ਤੇ ਗੁੱਸਾ ਹੋਇਆ ਨਾ ਜੀ, ਗੁੱਸੇ ਨਾਲ ਭਰਿਆ ਹੋਇਆ ਕਾਜੀ ਇੰਜ ਕਹਿਣ ਲੱਗਾ, ਮੈਂ ਨਹਿ ਜਾਊਂ ਅਹ ਦੁਖ ਦਾਨੀ। ਕਹਿੰਦਾ ਮੈਂ ਨਹਿ ਜਾਊਂ। ਆਖੋ ਵਾਹਿਗੁਰੂ। ਸੰਗਤ ਜੀ ਕਹਿੰਦਾ ਮੈਂ ਨਹੀਂ ਜਾਣਾ। ਸਿੱਖ ਕਹਿੰਦਾ ਕਾਜੀ ਜੀ ਤੁਹਾਨੂੰ ਗੁਰੂ ਸਾਹਿਬ ਬੁਲਾ ਰਹੇ ਨੇ। ਕਾਜੀ ਕਹੇ ਮੈਂ ਨਹੀਂ ਜਾਣਾ, ਮੈਨੂੰ ਬੜਾ ਦੁੱਖ ਦਿੱਤਾ ਹੈ। ਆਖੋ ਵਾਹਿਗੁਰੂ। ਕੌਣ ਦੱਸੇ ਉਹਨਾਂ ਦੇ ਤੇ ਦਰਸ਼ਨ ਕਰਕੇ ਹੀ ਸੁੱਖ ਮਿਲਦੇ, ਪਰ ਤੇਰੀ ਨਹੀਂ ਭਾਵਨਾ ਹੈਗੀ ਜੀ। ਵੇਖੋ ਦੋਵੇਂ ਪੱਖ ਚਾਹੀਦੇ ਜੀ, ਔਰ ਇੱਕੋ ਘਰ 'ਚ ਦੋਵੇਂ ਪੱਖ। ਇੱਕ ਧੀ ਹੈ ਜਿਹਨੂੰ ਦਰਸ਼ਨ ਕਰਕੇ ਸੁੱਖ ਹੀ ਸੁੱਖ ਬਣ ਗਿਆ, ਉਹਨੇ ਸਭ ਕੁਝ ਹੀ ਤਿਆਗ ਦਿੱਤਾ, ਤੇ ਪਿਤਾ ਕਹਿੰਦਾ ਮੈਨੂੰ ਦੁੱਖ ਮਿਲ ਰਿਹਾ ਜੀ। ਹੁਣ ਗੁਰੂ ਹਰਗੋਬਿੰਦ ਸਾਹਿਬ ਤਾਂ ਉਹੋ ਹੀ ਨੇ ਜੀ।
ਅੰਦਰ ਦੀ ਭਾਵਨਾ ਦਾ ਫਰਕ ਹੈਗਾ ਜੀ। ਹਾਂਜੀ, ਕੌਣ ਗੁਰੂ ਕਿਆ ਕਰੇ ਬਖਾਨੀ। ਕਹਿੰਦਾ ਕਿਹੜੇ ਗੁਰੂ ਕੀ ਕਹਿਣਗੇ ਮੈਨੂੰ, ਕਹਿੰਦਾ ਹਾਂਜੀ। ਆਨ ਚਮੂ ਬਹੁ ਪਕਰਿਓ ਜਬੈ। ਫਿਰ ਪੜਿਓ, ਆਨ ਚਮੂ ਬਹੁ ਪਕਰੋਂ ਜਬੈ। ਕਹਿਣ ਲੱਗਾ ਹੁਣ ਤੇ ਫੌਜਾਂ ਲਿਆ ਕੇ ਫੜਾਂਗਾ। ਆਖੋ ਵਾਹਿਗੁਰੂ। ਵਾਹਿਗੁਰੂ। ਹੁਣ ਤੂੰ ਮੱਛਰ ਹੈ ਤੇ ਸੱਚੇ ਪਾਤਸ਼ਾਹ ਸੁਮੇਰ ਪਰਬਤ ਹੈ, ਮੱਛਰ ਤੇ ਕਦੀ ਨੇੜੇ ਨਹੀਂ ਲੱਗ ਸਕਦਾ ਜੀ। ਹਾਂਜੀ, ਮਿਲੋਂ ਭਲੇ ਅਰ ਬੋਲੋਂ ਤਬੈ। ਕਹਿੰਦਾ ਫੇਰ ਹੀ ਮਿਲਾਂਗਾ ਤੇ ਫੇਰ ਹੀ ਗੱਲਾਂ ਕਰਾਂਗਾ ਇਹਨਾਂ ਨਾਲ। ਹਾਂਜੀ, ਸੇਵਕ ਕਹਿਓ ਗੁਰੂ ਢਿਗ ਜਾਏ। ਉਹ ਸਿੱਖ ਸੇਵਕ ਮਹਾਰਾਜ ਗਰੀਬ ਨਵਾਜ ਜੀ ਦਾ ਉਹ ਸੱਚੇ ਪਾਤਸ਼ਾਹ ਜੀ ਦੇ ਕੋਲ ਆਇਆ ਜੀ। ਨਿਕਟ ਨਾ ਆਏ ਕਰਹਿ ਬਕ ਬਾਏ। ਸੱਚੇ ਪਾਤਸ਼ਾਹ ਉਹ ਨਹੀਂ ਆਉਂਦਾ ਨੇੜੇ, ਉਲਟਾ ਮਹਾਰਾਜ ਆਵਾ ਤਾਵਾ ਬੋਲ ਰਿਹਾ, ਬੁਰਾ ਬੋਲਦਾ ਆਪ ਜੀ ਦੇ ਬਾਰੇ। ਹਾਂਜੀ, ਮੈਂ ਸੈਨਾਗਨ ਕੋਲੇ ਆਵੋ। ਸਤਿਗੁਰੂ ਜਾਣਦੇ ਮਹਾਰਾਜ ਕਹਿੰਦੇ ਕੀ ਕਹਿੰਦਾ ਆ। ਆਖੋ ਵਾਹਿਗੁਰੂ। ਵਾਹਿਗੁਰੂ। ਕਹਿੰਦਾ ਮਹਾਰਾਜ ਉਹ ਤੇ ਕਹਿੰਦਾ ਵੀ ਸੈਨਾ ਲੈ ਕੇ ਆਉਣੀ, ਫੌਜਾਂ ਲੈ ਕੇ ਆਉਣੀਆਂ, ਗਾਹੋਂ ਗੁਰੂ ਤਬ ਬਦਲਾ ਪਾਵੋ। ਤੇ ਤੁਹਾਨੂੰ ਫੜਨ ਦੀਆਂ ਗੱਲਾਂ ਕਰਦਾ, ਬਦਲਾ ਲੈਣ ਦੀਆਂ ਗੱਲਾਂ ਕਰਦਾ। ਇਤਿਆਦਿਕ ਰਿਸ ਕਰ ਕਰ ਕਹੈ। ਸੱਚੇ ਪਾਤਸ਼ਾਹ ਬੜੇ ਗੁੱਸੇ ਵਿੱਚ ਆ ਕੇ ਗੱਲਾਂ ਕਰ ਰਿਹਾ। ਮੂਰਖ ਬਨਿਓ ਨਾ ਸ਼ਾਂਤੀ ਲਹੈ। ਤੇ ਕਹਿੰਦਾ ਮਹਾਰਾਜ ਮੂਰਖ ਹੈਗਾ, ਗੁਰੂ ਕਾ ਸਿੱਖ ਕਹਿ ਰਿਹਾ। ਮਹਾਰਾਜ ਸ਼ਾਂਤ ਹੀ ਨਹੀਂ ਹੁੰਦਾ। ਇਹ ਗੁੱਸਾ ਦੇ ਵੈਸੇ ਬੰਦੇ ਨੂੰ ਭੂਤ ਬਣਾ ਦਿੰਦਾ ਜੀ। ਆਖੋ ਵਾਹਿਗੁਰੂ। ਗੁੱਸੇ 'ਚ ਚਿਹਰੇ ਵੇਖੋ ਨਿਰੇ ਭੂਤ ਲੱਗਦੇ ਬੰਦੇ ਜੀ। ਤੇ ਕਾਜੀ ਬਣੇ ਹੋਏ ਜੀ ਕਾਜੀ ਸਾਹਿਬ। ਹਾਂਜੀ, ਪੁੰਨ ਗੁਰ ਵਿਧਿਆ ਜੇਠਾ ਜੋ। ਆਨੋ ਕਾਜ਼ੀ ਪਠੇ ਸੋ ਦੋ। ਤੇ ਗੁਰੂ ਸਾਹਿਬ ਕਹਿਣ ਲੱਗੇ ਨਹੀਂ ਨਹੀਂ ਕਾਜੀ ਜੀ ਨੂੰ ਮਾਇਆ ਵੀ ਦੇਣੀ ਹੈ ਜੇ। ਤੇ ਬਾਬਾ ਵਿਧਿਆ ਜੀ ਭਾਵ ਬਾਬਾ ਵਿਧੀ ਚੰਦ ਜੀ ਤੇ ਬਾਬਾ ਜੀ ਭਾਈ ਜੇਠਾ ਜੀ, ਸਾਧ ਸੰਗਤ ਜੀ, ਮਹਾਰਾਜ ਨੇ ਬਾਬਾ ਵਿਧੀ ਚੰਦ ਜੀ ਨੂੰ ਤੇ ਬਾਬਾ ਭਾਈ ਜੇਠਾ ਜੀ ਨੂੰ ਆਖਿਆ। ਮਹਾਰਾਜ ਕਹਿੰਦੇ ਕਾਜੀ ਜੀ ਨੂੰ ਲੈ ਕੇ ਆਓ। ਹਾਂਜੀ, ਜਾਹੋ ਮ੍ਰਿਦੁਲ ਸਨਮਾਨ ਬਖਾਨੋ। ਮਹਾਰਾਜ ਕਹਿੰਦੇ ਜਾਓ ਤੇ ਮਿੱਠੇ ਬੋਲ ਬੋਲੋ, ਇੱਜ਼ਤ ਵਾਲੇ ਬੋਲ ਬੋਲੋ। ਮਹਾਰਾਜ ਨੂੰ ਵੀ ਪਤਾ ਹਿਰਦਾ ਉਹਦਾ ਦੁਖੀ ਹੋ ਗਿਆ। ਮਿੱਠੇ ਬੋਲ ਬੋਲ ਕੇ ਲੈ ਕੇ ਆਓ। ਹਾਂਜੀ, ਗਹਿ ਭੁਜ ਦੋਨੋਂ ਹਮ ਢਿਗ ਆਨੋ। ਤੇ ਮਹਾਰਾਜ ਕਹਿੰਦੇ ਜੇ ਨਹੀਂ ਨਾ ਆਊਗਾ ਮਿੱਠੇ ਬੋਲਾਂ ਨਾ ਤੇ ਫਿਰ ਸਤਿਗੁਰੂ ਦੋਵੇਂ ਕੰਮ ਹੀ ਰੱਖਦੇ ਆ। ਆਖੋ ਵਾਹਿਗੁਰੂ। ਵਾਹਿਗੁਰੂ। ਮਹਾਰਾਜ ਕਹਿੰਦੇ ਜੇ ਮਿੱਠੇ ਬੋਲ ਬੋਲਿਆ ਨਹੀਂ ਆਉਂਦਾ ਫਿਰ ਬਾਹਾਂ ਫੜ ਕੇ ਲੈ ਆਓ ਉਹਦੀਆਂ, ਕਹਿਣ ਲੱਗੇ। ਹਾਂਜੀ, ਜਾਏ ਕਹਿਓ ਕਿਉਂ ਕੋਪ ਕਰੀਜੈ। ਬਾਬਾ ਵਿਧੀ ਚੰਦ ਜੀ ਤੇ ਭਾਈ ਜੇਠਾ ਜੀ ਗਏ। ਕਹਿੰਦੇ ਕਾਜੀ ਜੀ ਕਿਉਂ ਗੁੱਸਾ ਕਰ ਰਹੇ ਹੋ, ਮਿੱਠੇ ਬੋਲ ਬੋਲੇ ਨਾ ਜੀ। ਹਾਂਜੀ, ਸਤਿਗੁਰ ਢਿਗ ਗਮਨੋ ਧਨ ਲੀਜੈ। ਤ੍ਰਿਲੋਕੀ ਦੇ ਮਾਲਕ ਸੱਚੇ ਪਾਤਸ਼ਾਹ ਸਾਡੇ ਸਤਿਗੁਰੂ ਜੀ, ਸਾਡੇ ਗਰੀਬ ਨਵਾਜ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਆਪ ਤੁਹਾਨੂੰ ਸੱਦ ਰਹੇ ਆ ਕੇ ਮਾਇਆ ਲਓ ਆਪਣੀ। ਹਾਂਜੀ, ਮੈਂ ਨਾ ਮਿਲਹਾਂ ਨਹਿ ਲੈਹੋਂ ਧਨ ਕੋ। ਇਹ ਫਿਰ ਆਕੜਿਆ ਹੱਥ ਮਾਰ ਮਾਰ ਗੱਲਾਂ ਕਰੇ ਕਾਜੀ। ਕਹਿੰਦਾ ਮੈਂ ਨਹੀਂ ਮਿਲਦਾ, ਮੈਂ ਨਹੀਂ ਪੈਸੇ ਲੈਣੇ ਇਹਨਾਂ ਕੋਲੋਂ। ਹਾਂਜੀ, ਨਹੀਂ ਲਖਿਓ ਅਸ ਕਪਟੀ ਮਨ ਕੋ। ਤੇ ਕਹਿੰਦਾ ਵੀ ਮੈਨੂੰ ਤੇ ਪਤਾ ਹੀ ਨਹੀਂ ਧੋਖਾ ਹੋਣਾ। ਆਖੋ ਵਾਹਿਗੁਰੂ। ਤੇ ਮਹਾਰਾਜ ਨੇ ਤੇ ਸਵੇਰੇ ਹੁੰਡੀ ਕਰ ਦੇਣੀ ਜੀ ਵੀ 10,000 ਲੈ ਲੈ ਉੱਥੋਂ ਜਾ ਕੇ। ਹਾਂਜੀ, ਗਹੀ ਬਾਹਾਂ ਰਿਸ ਕਰਤ ਛੁਟਾਵਤ। ਹੁਣ ਗੱਲ ਇਹ ਵੀ ਹੈ ਨਾ ਵੀ ਸਿੱਖ ਲੱਖ ਰੁਪਈਆ ਦੇ ਕੇ ਤੇ ਘੋੜਾ ਲੈ ਕੇ ਆਇਆ ਜੀ ਤੇ ਫਿਰ ਇਹਨਾਂ ਨੂੰ 10,000 ਦਈਏ ਜੀ। ਪਰ ਫਿਰ ਵੀ ਮਹਾਰਾਜ ਕਹਿੰਦੇ ਕੋਈ ਨਹੀਂ ਹੁੰਡੀ ਕਰ ਦਿੰਦੇ। ਉਹ ਜਦੋਂ ਮਾੜਾ ਬੋਲੇ ਆ ਨਾ ਤੇ ਫਿਰ ਗੁਰਸਿੱਖਾਂ ਕਰਤਾ ਕੰਮ ਜੀ। ਉਹ ਜੋ ਨਿਹੰਗ ਨਾ ਜੋ ਨਿਹੰਗਾ ਸਿੰਘਾਂ ਕੀਤਾ ਹੁਣ ਜੀ। ਆਖੋ ਵਾਹਿਗੁਰੂ। ਵਾਹਿਗੁਰੂ। ਉਹ ਨਿਹੰਗਾ ਸਿੰਘਾਂ ਤੇ ਫਿਰ ਬਹੁਤ ਅੱਗੇ ਕਰਤਾ ਨਾ ਜੀ ਕੰਮ। ਹਾਂਜੀ, ਪਰ ਗੁਰੂ ਦੇ ਦੋਖੀਆਂ ਨੂੰ ਇੰਝ ਹੀ ਚਾਹੀਦਾ ਸਾਧ ਸੰਗਤ ਜੀ। ਅਪਰਾਧ ਵੀ ਵੱਡਾ ਹੈ ਨਾ। ਹਾਂਜੀ, ਉਹਨੇ ਜਿੰਨਾ ਵੱਡਾ ਪਾਪ ਕੀਤਾ ਤੇ ਫਿਰ ਓਨੀ ਵੱਡੀ ਉਹਨੂੰ ਸਜ਼ਾ ਵੀ ਦਿੱਤੀ ਨਿਹੰਗਾ ਸਿੰਘਾਂ ਨੇ ਜੀ। ਹਾਂਜੀ, ਇਹ 10ਵੇਂ ਪਾਤਸ਼ਾਹ ਦੀ ਕਚਹਿਰੀ ਹੈ। ਹਾਂਜੀ, ਤੇ ਲੰਮਾ ਸਮਾਂ ਨਹੀਂ ਕਦੋਂ ਦੀਆਂ ਮਹਾਰਾਜ ਜੀ ਦੀਆਂ ਬੇਦਬੀਆਂ ਹੋ ਰਹੀਆਂ ਸਨ ਜੀ। ਤੁਸੀਂ ਅੰਦਾਜ਼ਾ ਲਾਓ। ਸੱਚੇ ਪਾਤਸ਼ਾਹ 2015 ਤੋਂ ਗੁਰੂ ਸਾਹਿਬ ਦੀਆਂ ਬੇਅਦਬੀਆਂ ਹੋ ਰਹੀਆਂ, ਕਿਸੇ ਦਾ ਇਨਸਾਫ ਮਿਲਿਆ ਸੀਗਾ ਜੀ। ਤੇ ਫਿਰ ਸਿੰਘਾਂ ਨੇ ਆਪ ਹੀ ਫਿਰ ਕੀਤਾ ਜੀ। ਆਖੋ ਵਾਹਿਗੁਰੂ। ਵਾਹਿਗੁਰੂ। ਨਾਲੇ ਭਾਈ ਨੰਦ ਲਾਲ ਜੀ ਨੇ ਕਿਹਾ ਜੀ ਗੁਰ ਕੀ ਨਿੰਦਾ ਸੁਨੇ ਨਾ ਕਾਨ, ਭੇਟ ਕੀਜੇ ਤਿਸ ਸੰਗ ਕਿਰਪਾਨ।
ਭਾਈ ਨੰਦ ਲਾਲ ਜੀ ਦਾ ਬਚਨ ਤੇ ਉਹਨਾਂ ਭਾਈ ਨੰਦ ਲਾਲ ਜੀ ਦੀ ਬਾਣੀ ਪ੍ਰਵਾਨਿਤ ਹੈਗੀ ਆ ਜੀ। ਤੇ ਉਹ ਸਿੰਘਾਂ ਨੇ ਬਾਣੀ ਤੇ ਚੱਲ ਕੇ ਜੋ ਕੀਤਾ ਤੇ ਬਹੁਤ ਵਧੀਆ ਕੀਤਾ ਜੀ। ਇਹ ਨਿਹੰਗ ਸਿੰਘ ਤਾਂ ਫਿਰ ਇੰਝ ਹੀ ਕਰਦੇ ਆ ਜੀ। ਤੇ ਬਾਬਾ ਬਿਧੀ ਚੰਦ ਦੀ ਭਾਈ ਜੇਠਾ ਜੀ, ਇਹ ਵੀ ਉਸ ਸਮੇਂ ਦੇ ਨਿਹੰਗ ਹੀ ਹਨ। ਆਖੋ ਵਾਹਿਗੁਰੂ। ਵਾਹਿਗੁਰੂ। ਗੁਰੂ ਜੀ ਦੇ ਸਿੰਘ ਨੇ, ਸਿੱਖ ਨੇ ਮਹਾਰਾਜ ਦੇ। ਚਲੋ ਸਿੰਘ ਸ਼ਬਦ ਦੇ ਬਾਅਦ ਚ ਚੱਲਿਆ ਜੀ। ਹੁਣ ਧਿਆਨ ਨਾਲ ਸੁਣਿਓ। ਗਹੀ ਬਾਹੋਂ ਰਿਸ ਕਰਤ ਛੁਡਾਵਤ, ਗਹੀ ਬਾਹੋਂ ਰਿਸ ਕਰਤ ਛੁਡਾਵਤ। ਉਹਨਾਂ ਬਾਹਾਂ ਫੜਦੀਆਂ ਵੀ ਹੁਣ ਭੱਜ ਕੇ ਵਿਖਾ ਤੂੰ, ਚੱਲ ਮਹਾਰਾਜ ਤੈਨੂੰ ਸੱਦ ਰਹੇ। ਉਹ ਗੁੱਸੇ ਨਾਲ ਛਡਾਵੇ, ਪਰ ਬਾਬਾ ਬਿਧੀ ਚੰਦ ਭਾਈ ਜੇਠਾ ਜੀ ਜੋਧੇ ਨੇ, ਕਾਜੀ ਵਿਚਾਰੇ ਕੋ ਕਿੱਥੋਂ ਛੁਡਾਈਆਂ ਜਾਣੀਆਂ ਸਨ। ਹਾਂਜੀ। ਤਾਉ ਦੋ ਬਲ ਧਰ ਲੈ ਜਾਵਤ, ਉਹਨਾਂ ਬਲ ਰੱਖਿਆ ਤੇ ਫਿਰ ਲੈ ਗਏ ਜੀ ਮਹਾਰਾਜ ਕੋ ਕਾਜੀ ਨੂੰ। ਕੋਮਲ ਕਹਿਤ ਗਏ ਲੈ ਤੀਰ, ਕਹਿੰਦੇ ਮਿੱਠੇ ਮਿੱਠੇ ਬੋਲ ਹੀ ਬੋਲਦੇ ਰਹੇ, ਕਾਜੀ ਜੀ ਗੁੱਸਾ ਨਾ ਕਰਿਆ ਕਰੋ। ਹਾਂਜੀ। ਬੋਲੇ ਸ਼੍ਰੀ ਹਰਗੋਬਿੰਦ ਧੀਰ, ਤੇ ਸਤਿਗੁਰਾਂ ਦੇ ਸਾਹਮਣੇ ਪੇਸ਼ ਕਰ ਦਿੱਤਾ ਜੀ। ਸੱਚੇ ਪਾਤਸ਼ਾਹ ਗਰੀਬ ਨਵਾਜ ਮਹਾਰਾਜ ਬਹੁਤ ਮਿੱਠੇ ਬੋਲ ਬੋਲਦੇ ਕਾਜੀ ਨੂੰ। ਹਾਂਜੀ। 10,000 ਲੇਹੋ ਆਪਨ ਦਰਬ, ਨਹੀਂ ਬਿਮਲ ਗਿਨ ਦੇਵ ਸਰਬ। ਆਖੋ ਵਾਹਿਗੁਰੂ। ਮਹਾਰਾਜ ਨੇ ਫਿਰ ਹੁੰਡੀ ਦਾ ਵੀ ਫੁਰਨਾ ਛੱਡਤਾ ਜੀ। ਉਦਾਂ ਹੁੰਡੀ ਕਰਨੀ ਸੀ। ਮਹਾਰਾਜ ਨੇ ਵੇਖਿਆ ਕਾਜੀ ਜੀ ਗੁੱਸੇ 'ਚ ਨੇ। ਮਹਾਰਾਜ ਕਹਿੰਦੇ 10,000 ਰੁਪਈਆ ਗਿਣ ਕੇ ਲੈ ਲਓ ਸਾਡੇ ਕੋਲੋਂ। ਕਹਿਣ ਲੱਗੇ ਹਾਂਜੀ। ਲਰਿਓ ਦਰਬ ਕੇ ਸਾਥ ਲਰਿਓ ਬ੍ਰਿਧ ਕੇ ਸਾਥ ਵਿਸਾਲਾ। ਮਹਾਰਾਜ ਕਹਿਣ ਲੱਗੇ ਤੁਸੀਂ ਬਾਬਾ ਬੁੱਢਾ ਜੀ ਨਾਲ ਲੜੇ ਸੀ ਨਾ। ਹਾਂਜੀ। ਤਿਸ ਕੋ ਫਲ ਪਾਇਸ ਇਸ ਕਾਲਾ, ਇਹ ਉਹਦਾ ਫਲ ਮਿਲ ਰਿਹਾ ਤੁਹਾਨੂੰ। ਕਹਿਣ ਲੱਗੇ ਹਾਂਜੀ। ਸੁਨ ਕਾਜ਼ੀ ਕਹਿ ਧਨ ਨਹਿ ਲੇਹੋ। ਹੁਣ ਮਹਾਰਾਜ ਕਹਿੰਦੇ ਗਿਣ ਕੇ ਲੈ ਲਾ, ਮਾਇਆ ਲੈ ਲਾ। ਤੇ ਹੁਣ ਕਾਜੀ ਕਹਿੰਦਾ ਮੈਂ ਨਹੀਂ ਲੈਣੇ ਹੁਣ। ਹਾਂਜੀ। ਇਹ ਸਭ ਸ਼ਾਹੋ ਨਿਕਟ ਕਹਿ ਦੇਹੋ। ਕਹਿੰਦਾ ਇਹ ਸਾਰੀਆਂ ਗੱਲਾਂ ਬਾਦਸ਼ਾਹ ਨੂੰ ਦੱਸਣੀਆਂ। ਹਾਂਜੀ। ਗਹਿ ਤੁਮ ਕੋ ਸਭ ਲਿਓ ਉਧਾਰੋ, ਨਹਿ ਤਾਂ ਤਿਆਗ ਦੇਉ ਮੈਂ ਸਾਰੋ। ਆਖੋ ਵਾਹਿਗੁਰੂ। ਬਸ ਇਹੋ ਜਿਹੇ ਮੂਰਖ ਫਿਰ ਇਹੋ ਜਿਹੀਆਂ ਗੱਲਾਂ ਕਰਦੇ ਹੁੰਦੇ। ਕਹਿੰਦਾ ਫੜਾ ਕੇ ਤੁਹਾਨੂੰ ਤੇ ਫਿਰ ਮਾਇਆ ਲੈਣੀ ਤੁਹਾਡੇ ਕੋਲੋਂ। ਹਾਂਜੀ। ਮੋਰ ਆਬਰੂ ਵੱਡੀ ਉਤਾਰੀ, ਨਹੀਂ ਤੇ ਸਾਰੇ ਹੀ ਪੈਸੇ ਛੱਡ ਦੇਣੇ ਜੇ ਫੜਾਇਆ ਨਾ ਤੁਹਾਨੂੰ। ਮੇਰੀ ਇੱਜ਼ਤ ਲੱਥ ਗਈ। ਕਹਿੰਦਾ ਸ਼ਾਹ ਕਚਹਿਰੀ ਮਾਨੈ ਸਾਰੀ, ਮੈਨੂੰ ਬਾਦਸ਼ਾਹ ਦੀ ਕਚਹਿਰੀ ਮੰਨਦੀ ਸਾਰੀ। ਮਾਣ ਹੈ ਨਾ, ਮਾਣ ਹੀ ਨਹੀਂ ਛੱਡਦਾ ਬੰਦਾ। ਆਖੋ ਵਾਹਿਗੁਰੂ। ਆ ਲੀਡਰ ਸ਼ੀਡਰ ਜਿਹੜੇ ਤੁਰੇ ਫਿਰਦੇ ਗੁਰੂ ਘਰਾਂ ਵਿੱਚ, ਮਾਣ ਹੀ ਨਹੀਂ ਛੱਡਦੇ ਜੀ। ਤੇ ਇਹ ਵੀ ਭਾਵੇਂ ਮਾਣ ਛੱਡ ਦੇਣ, ਆ ਜਿਹੜੇ ਇਹਨਾਂ ਦੇ ਚਿਮਚੇ ਨਾ ਨਹੀਂ, ਇਹ ਨਹੀਂ ਮਾਣ ਛੱਡਣ ਦਿੰਦੇ ਜੀ। ਇਹ ਇਹਨਾਂ ਨੂੰ ਫੁਲਾਈ ਜਾਣਗੇ। ਹਾਂਜੀ। ਮੈਂ ਕਿਤੇ ਸਮਾਗਮ ਵਿੱਚ ਗਿਆ ਤੇ ਉੱਥੇ ਨਾ ਜੀ ਇੱਕ ਲੀਡਰ 2 ਲੱਖ ਰੁਪਈਆ ਦੇਣ ਲੱਗਾ ਜੀ। ਚੈੱਕ ਦੇਣਾ ਸੀ ਉਹਨੇ ਜੀ। ਤੇ ਸਟੇਜ ਸੈਕਟਰੀ ਕਰੋੜ ਕੇ ਕਵੇ ਜੀ ਅਸੀਂ ਤੇ 5 ਲੱਖ ਲੈਣੇ। ਤੋ ਲੀਡਰ ਕਹਿੰਦਾ ਵੀ ਮੈਂ ਵੀ ਤੇ ਗੁਰੂ ਜੀ ਕੋ ਲੈ ਕੇ ਦੇਣੇ ਆ। ਆਖੋ ਵਾਹਿਗੁਰੂ। ਵਾਹਿਗੁਰੂ। ਕਹਿੰਦੇ ਜੀ ਅਸੀਂ ਤੇ 5 ਲੱਖ ਲੈਣਾ ਤੁਹਾਡੇ ਕੋਲੋਂ ਜੀ। ਹਾਂਜੀ। ਲੀਡਰਾਂ ਕੋਲੋਂ 5 ਲੱਖ ਲੈ ਕੇ ਗੁਰੂ ਘਰਾਂ ਤੇ ਲਾਇਆ। ਸਾਧ ਸੰਗਤ ਜੀ ਉੱਥੇ ਬਹਿ ਕੇ ਨਾਮ ਨਹੀਂ ਜਪੇ ਜਾਂਦੇ। ਫਿਰ ਉੱਥੇ ਨਹੀਂ ਧਰਮ ਦੀ ਕਮਾਈ ਹੁੰਦੀ ਜੀ। ਹਾਂਜੀ। ਸਰਕਾਰੀ ਮਾਇਆ ਜੀ। ਲੋਕਾਂ ਟੈਕਸ ਦਿੱਤੇ, ਰੋ ਧੋ ਕੇ ਦਿੱਤੇ, ਖੁਸ਼ੀ ਨਾਲ ਤਾਂ ਦਿੱਤੇ ਹੀ ਨਹੀਂ ਜੀ ਉਹ। ਇਸ ਕਰਕੇ ਸਾਰੇ ਪੱਖ ਠੀਕ ਹੋਣੇ ਚਾਹੀਦੇ ਹਨ। ਆਖੋ ਸ੍ਰੀ ਵਾਹਿਗੁਰੂ। ਵਾਹਿਗੁਰੂ। ਇਹ ਲੀਡਰ ਵੀ ਨਿਮਰਤਾ ਚ ਭਾਵੇਂ ਆ ਜਾਣ, ਉਹ ਚੇਲੇ ਜਿਹੜੇ ਉਹ ਨਹੀਂ ਆਉਣ ਦਿੰਦੇ ਜੀ। ਹੈਂ। ਮਾਣ ਹੀ ਬੜਾ ਹੁੰਦਾ ਜੀ। ਕਾਜੀ ਨੂੰ ਮਾਣ ਬੜਾ। ਕਹਿੰਦਾ ਮੇਰਾ ਤਾਂ ਸਾਰੀ ਕਚਹਿਰੀ ਸਤਿਕਾਰ ਕਰਦੀ ਹੈ, ਬਾਦਸ਼ਾਹ ਮੇਰਾ ਸਤਿਕਾਰ ਕਰਦਾ। ਤਨੁਜਾ ਮਮ ਲੁਭਾਏ ਲੈ ਆਏ, ਇਸ ਕੋ ਫਲ ਤੂਰਨ ਲਿਓ ਪਾਏ। ਤੇ ਫਿਰ ਮੀਡੀਆ ਅੱਜ ਵੀ ਮੋਦੀ ਮੀਡੀਆ ਉਲਟੀ ਗੱਲ ਕਰਦਾ ਜੀ। ਆਖੋ ਵਾਹਿਗੁਰੂ। ਹਾਂਜੀ। ਉਹ ਜਿਹੜੇ ਦੁਸ਼ਟ ਝਟਕਾਇਆ ਜੀ। ਕਹਿੰਦੇ ਜੀ ਇਹਦੀਆਂ 3 ਬੱਚੀਆਂ ਜੀ, ਇਹਦਾ ਕੀ ਬਣੇਗਾ ਜੀ। ਤੇ 3 ਬੱਚੀਆਂ ਤਾਂ ਉਹਨੇ ਪਹਿਲਾਂ ਹੀ ਛੱਡੀਆਂ ਸੀਗੀਆਂ ਜੀ। ਹਾਂਜੀ। ਉਹ ਤਾਂ ਉਹਨੇ ਪਹਿਲਾਂ ਹੀ ਛੱਡੀਆਂ ਸੀਗੀਆਂ। ਮਤਲਬ ਗਲਤ ਗੱਲ ਦਾ ਗਲਤ ਪੇਸ਼ ਕਰਨਾ ਗੱਲ ਨੂੰ ਜੀ। ਇਹ ਸ਼ੁਰੂ ਤੋਂ ਹੀ ਇਹੋ ਹਾਲ ਹੈਗਾ ਜੀ।
ਗੱਲ ਨੂੰ ਗਲਤ ਪੇਸ਼ ਕਰਕੇ ਅਗਲੇ ਦੇ ਸਾਹਮਣੇ ਰੱਖ ਦੇਣਾ ਜੀ। ਵਾਕ ਵਿਦਿਆ ਜੀ, ਵਾਕ ਚਤੁਰਾਈ ਜੀ, ਕਤਲ ਕਰਤਾ ਜੀ। ਹੁਣ ਜੇ ਤੁਸੀਂ ਸੋਧਾ ਲਾਉਣ ਦੇ ਹੱਕ 'ਚ ਨਹੀਂ ਹੈਗੇ, ਫਿਰ ਤੁਸੀਂ ਬੇਅਦਬੀ ਦੇ ਹੱਕ 'ਚ ਹੈਗੇ ਹੋ। ਗੱਲ ਤਾਂ ਫਿਰ ਇਹ ਹੈ, ਜਾਂ ਤੇ ਫਿਰ ਬੰਦਾ ਬੇਅਦਬੀ ਦੇ ਹੱਕ 'ਚ ਹੋ ਜਾਏ ਜੀ, ਤੇ ਜਾਂ ਫਿਰ ਸੋਧੇ ਦੇ ਹੱਕ 'ਚ ਹੋ ਜਾਏ। ਇਹ ਵਾਕ ਚਤੁਰਾਈ। ਤੇ ਮੀਡੀਆ ਹਮੇਸ਼ਾ ਗੱਲ ਗਲਤ ਪੇਸ਼ ਕਰਦਾ ਹੈ। ਕਾਜੀ ਵੀ ਗੱਲ ਗਲਤ ਪੇਸ਼ ਕਰ ਰਿਹਾ। ਆਈ ਉਹਦੀ ਧੀ ਹੈ, ਰਹਿ ਸੰਗਤ 'ਚ ਰਹੀ ਹੈ, ਪਰ ਕਹਿੰਦਾ ਮੇਰੀ ਧੀ ਨੂੰ ਤੁਸੀਂ ਭਰਮਾ ਕੇ ਲੈ ਆਏ ਹੋ। ਆਖੋ ਵਾਹਿਗੁਰੂ ਵਾਹਿਗੁਰੂ। ਇੰਨਾ ਕੁ ਫਰਕ ਹੈਗਾ ਜੀ। ਹਾਂਜੀ। ਗੁਰ ਕਹੈ ਆਹੈ ਅਪਰ ਜੋ ਝਗਰਾ। ਮਹਾਰਾਜ ਕਹਿਣ ਲੱਗੇ ਕੋਈ ਗੱਲ ਨਹੀਂ। ਮਹਾਰਾਜ ਕਹਿ ਸਕਦੇ ਸੀ, ਮਹਾਰਾਜ ਕਹਿੰਦੇ ਕੋਈ ਨਹੀਂ ਕਾਜੀ, ਹੋਰ ਜਿਹੜੇ ਤੇਰੇ 2-4 ਝਗੜੇ ਹੈਗੇ ਨਾ ਸਾਡੇ ਨਾਲ, ਜਿਮ ਚਾਹੈ ਤਥਾ ਨਿਬੇਰੋ ਸਗਰਾ। ਹੁਣ ਤੂੰ ਆ ਗਿਆ, ਜਿਵੇਂ ਕਹੇ ਅਸੀਂ ਨਿਬੇੜ ਲੈਨੇ ਆ। ਕਹਿਣ ਲੱਗੇ ਹਾਂਜੀ। ਕਹਿ ਤੁਮ ਦਰਬ ਲਿਹੋ ਨਿਜ ਅਬੈ। ਹਾਂਜੀ। ਨਤ ਭਾਖੋ ਹਮ ਲੀਨੋ ਸਬੈ। ਮਹਾਰਾਜ ਕਹਿੰਦੇ ਮਾਇਆ ਮਿਲਣੀ ਤੇ ਹੁਣੇ ਮਿਲਣੀ ਆ। ਲੈ ਲਾ 10,000 ਗਿਣ ਕੇ ਲੈ ਲਾ। ਕਹਿੰਦਾ ਮੈਂ ਨਹੀਂ ਲੈਣੀ। ਮਹਾਰਾਜ ਕਹਿੰਦੇ ਜਾਂ ਤੇ ਲੈ ਲਾ ਪੈਸੇ, ਤੇ ਜਾਂ ਇਹ ਕਹਿ ਦੇ ਵੀ ਤੈਨੂੰ ਮਿਲ ਗਏ ਆ ਸਾਰੇ। ਆਖੋ ਵਾਹਿਗੁਰੂ। ਵੀ ਜਾਂ ਤੇ ਮਹਾਰਾਜ ਕਹਿੰਦੇ ਅਸੀਂ ਤਾਂ ਦੇ ਰਹੇ, ਹੁਣ ਤੂੰ ਲੈ ਨਹੀਂ ਰਿਹਾ। ਹਾਂਜੀ। ਨਹੀਂ ਕਰਜ਼ ਸਿਰ ਰਹਿ ਹਮਾਰੀ। ਸਾਡੇ ਸਿਰ ਤੇ ਕਰਜ਼ਾ ਨਹੀਂ ਨਾ ਰਹੇਗਾ ਤੇਰਾ। ਹਾਂਜੀ। 3 ਬਾਰ ਇਮ ਕਰੋ ਉਚਾਰੇ। ਮਹਾਰਾਜ ਕਹਿੰਦੇ 3 ਵਾਰ ਕਹਿ ਦੇ ਵੀ ਪੈਸੇ ਮਿਲ ਗਏ ਆ, ਪੈਸੇ ਮਿਲ ਗਏ, ਪੈਸੇ ਮਿਲ ਗਏ, ਸਾਡੇ ਸਿਰ ਕਰਜ਼ਾ ਨਹੀਂ ਰਹੇਗਾ। ਤੋਹੇ ਅਰਿਣੀ ਹੋ ਹੈ ਹਮ ਤਬੈ। ਲੇਹੋ ਦਰਬ ਕਹਿ ਤਿਆਗੋ ਸਬੈ। ਆਖੋ ਵਾਹਿਗੁਰੂ। ਅਸੀਂ ਤੇਰੇ ਰਿਣੀ ਆ, ਜਾਂ ਪੈਸੇ ਲੈ ਲਾ ਤੇ ਜਾਂ ਛੱਡ ਜਾ, ਪਰ ਕਹਿ ਵੀ ਮੈਨੂੰ ਮਿਲ ਗਏ ਆ। ਮਹਾਰਾਜ ਤੇ ਦੇ ਰਹੇ, ਹੁਣ ਉਹ ਆਪ ਹੀ ਨਹੀਂ ਲੈ ਰਿਹਾ ਜੀ। ਹਾਂਜੀ। ਲੇਨ ਸਥਾਨ ਅਹੈ ਹਮ ਤੇਰੇ। ਇਸ ਕਾਰਨ ਤੇ ਕਹੋ ਤ੍ਰੈ ਬੇਰੇ। 3 ਵਾਰ ਕਹਿ ਦੇ, ਮਹਾਰਾਜ ਕਹਿਣ ਲੱਗੇ। ਹਾਂਜੀ। ਸੁਨ ਕਾਜ਼ੀ ਕਹਿ ਗਹਿ ਹਾਂ ਤੁਮੈ। ਲੈਬੇ ਦਰਬ ਕਰੋ ਤੇ ਸਮੈ। ਪਰ ਕਾਜੀ 'ਚ ਵੀ ਆਕੜ ਬੜੀ ਨਾ ਫਿਰ। ਕਹਿੰਦਾ ਮੈਂ ਨਹੀਂ ਕਹਿਣਾ, ਜਿੰਨਾ ਚਿਰ ਤੱਕ ਫੜਵਾਉਂਦਾ ਨਹੀਂ ਉਹਨਾਂ ਚਿਰ ਨਹੀਂ ਕਹਿਣਾ। ਹਾਂਜੀ। ਨਾਹੇ ਤਾਂ ਕਹਿਓ ਸਰਬ ਮੈਂ ਸ਼ੂਰਾ। ਜੇ ਫੜਵਾਇਆ ਨਾ ਗਿਆ ਫਿਰ ਸਾਰੇ ਪੈਸੇ ਛੱਡੇ। ਕਹਿਣ ਲੱਗਾ ਹਾਂਜੀ। ਕਿਆ ਮੁਖ ਲੈ ਆਵੋ ਤੁਮ ਓਰਾ। ਫਿਰ ਕਿਹੜਾ ਮੁਖ ਲੈ ਕੇ ਆਵਾਂਗਾ। ਹਾਂਜੀ। ਪੁੰਨ ਗੁਰ ਕਹਿਓ ਜੇ ਦਰਬ ਨਾ ਲੇਤ। ਨਿਸਾ ਬਸੋ ਬਹੁ ਸ਼ਰਮ ਹੈ ਸਮੇਤ। ਆਖੋ ਵਾਹਿਗੁਰੂ। ਏਦਾਂ ਥੋੜੀ ਗੱਜ ਕੇ ਆਖੋ ਤੁਸੀਂ ਕਿੰਨੇ ਬੈਠੇ ਜੇ। ਫਿਰ ਆਖੋ ਵਾਹਿਗੁਰੂ। ਤੇ ਸੱਚੇ ਪਾਤਸ਼ਾਹ ਕਹਿੰਦੇ ਕੋਈ ਨਹੀਂ ਕਾਜੀ, ਝਗੜੇ ਛੱਡ ਤੇ ਤੂੰ ਥੱਕਿਆ ਆਇਆ ਤੇ ਆਰਾਮ ਕਰ ਲਾ, ਰਾਤ ਇੱਥੇ ਰਹਿ ਪਾ। ਕਹਿਣ ਲੱਗੇ ਹਾਂਜੀ। ਜੋ ਬਲ ਹੋਏ ਸੋ ਕਰ ਲੀਜੈ। ਜਿੰਨੀ ਤੇਰੇ 'ਚ ਤਾਕਤ ਹੈਗੀ ਲਾ ਲਈ। ਮਹਾਰਾਜ ਕਹਿੰਦੇ ਪਰ ਹੁਣ ਤੇ ਆਰਾਮ ਕਰ ਲਾ ਘੜੀ, ਦਿਨੇ ਚਲੇ ਜਾਈਂ। ਰਾਤ ਬਿਤਾਵਨ ਸੁਖ ਸੋ ਕੀਜੈ। ਰਾਤ ਸੁੱਖ ਨਾ ਰਹਿ, ਦਿਨੇ ਜਿੰਨਾ ਬਲ ਹੈਗਾ ਲਾ ਲਈ। ਮਹਾਰਾਜ ਕਹਿੰਦੇ ਸਾਰਾ, ਜਿੰਨੀ ਤਾਕਤ ਆਸੇ ਪਾਸੇ ਦੀ ਤੈਨੂੰ ਲੋਕ ਮੰਨਦੇ ਹੈਗੇ ਆ, ਤੂੰ ਲਾ ਲਈ ਆਪਣੀ ਤਾਕਤ। ਕਹਿਣ ਲੱਗੇ ਹਾਂਜੀ। ਮੋਹੇ ਛੁਟਾਵੋ ਮੈਂ ਨਹਿ ਰਹੋ। ਲਵਪੁਰ ਅਬ ਹੈ ਪਹੁੰਚਬੋ ਚਾਹੋ। ਉਧਰੋਂ ਬਾਬਾ ਬਿਧੀ ਚੰਦ ਤੇ ਭਾਈ ਜੇਠਾ ਜੀ ਨੇ ਬਾਂਹ ਫੜੀਆਂ ਨਾ ਜੀ। ਕਹਿੰਦਾ ਮੈਨੂੰ ਨਹੀਂ ਪਤਾ, ਮੈਨੂੰ ਛਡਾਓ, ਮੈਂ ਨਹੀਂ ਥੱਕਿਆ, ਮੈਂ ਜਾਣਾ। ਕਹਿੰਦਾ ਲਾਹੌਰ। ਹਾਂਜੀ। ਥੱਕਿਓ ਨਹੀਂ ਅਬ ਹਟ ਕਰ ਜਾਵੋ। ਮੈਨੂੰ ਨਹੀਂ ਥਕਾਵਟ ਹੋਈ। ਕਹਿੰਦਾ ਹਾਂ, ਜਦੋਂ ਆਇਆ ਸੀ ਨਾ 2 ਘੰਟੇ ਪਹਿਲਾਂ ਕਹਿੰਦਾ ਮਰ ਥੱਕਿਆ ਬੜਾ। ਆਖੋ ਵਾਹਿਗੁਰੂ। ਵਾਹ। ਪ੍ਰਸ਼ਾਦਾ ਛਕ ਕੇ ਆਰਾਮ ਕਰਨਾ। ਹੁਣ ਕਹਿੰਦਾ ਮੈਂ ਨਹੀਂ ਥੱਕਿਆ, ਮੈਂ ਲਾਹੌਰ ਜਾਣਾ। ਹਾਂਜੀ। ਸਹਿ ਨਾ ਸਕੋ ਔਰ ਪਿਖ ਪਛਤਾਵੋ। ਮੈਂ ਹੁਣ ਸਹਿ ਹੀ ਨਹੀਂ ਸਕਦਾ, ਪਛਤਾ ਰਿਹਾ। ਕਹਿਣ ਲੱਗਾ ਹਾਂਜੀ। ਤਬ ਸਤਿਗੁਰ ਕਹਿ ਭੁਜਾ ਛੁਟਾਈ। ਮਹਾਰਾਜ ਬਾਬਾ ਬਿਧੀ ਚੰਦ ਤੇ ਜੇਠਾ ਜੀ ਨੂੰ ਕਿਹਾ ਵੀ ਬਾਹਾਂ ਛੱਡ ਦਿਓ। ਹਾਂਜੀ। ਚੜਿਓ ਤੁਰੰਗ ਕਸ਼ਟ ਬਹੁ ਪਾਈ। ਇਹ ਫਿਰ ਫੂੰ ਫੂੰ ਕਰਦਾ ਘੋੜੇ ਤੇ ਚੜ ਗਿਆ, ਦੁਖੀ ਬੜਾ ਹੋਵੇ। ਹਾਂਜੀ। ਸੰਗ ਨਫਰ ਲੈ ਤੂਰਨ ਪ੍ਰੇਰਾ। ਆਪਣੇ ਨੌਕਰ ਨੂੰ ਲੈ ਕੇ ਛੇਤੀ ਤੁਰ ਪਿਆ। ਗਮਨਿਓ ਕਾਜ਼ੀ ਕ੍ਰੋਧ ਕਨੇਰਾ। ਬੜਾ ਗੁੱਸਾ ਹੈ ਸਾਧ ਸੰਗਤ ਦੀ, ਇਹਨੂੰ ਚੜਿਆ। ਜਹ ਲਗ ਮਗ ਮੈਂ ਤਮ ਨਹਿ ਸ਼ਾਵਾ।
ਤਹਿ ਲਓ ਚੱਲਿਓ ਗਹਿਓ ਸ਼ਰਮ ਪਾਵਾ। ਵਾਹ ਜਿੰਨਾ ਚਿਰ ਤੱਕ ਹਨੇਰਾ ਨਹੀਂ ਨਾ ਪਿਆ ਇਹ ਘੋੜਾ ਚਲਾਈ ਗਿਆ ਫਿਰ ਇਹ ਰੁਕ ਗਿਆ ਜੀ। ਜਿੱਥੇ ਰਾਤ ਕੱਟਣੀ ਸੀ ਕੱਟੀ, ਥਕਾਵਟ ਦੂਰ ਕੀਤੀ। ਹੇਰ ਗ੍ਰਾਮ ਕੋ ਉਤਰਿਓ ਥਾਨ। ਇੱਕ ਪਿੰਡ ਵੇਖਿਆ ਤੇ ਉੱਥੇ ਇਹ ਉਤਰ ਗਿਆ ਜੀ। ਚਿੰਤਾ ਬਸੀ ਭਇਓ ਦੁਖ ਮਾਨ। ਪਰ ਚਿੰਤਾ ਬੜੀ ਜੀ ਇਹਨੂੰ ਜੀ। ਮਹਾਰਾਜ ਨਾਲ ਪੰਗੇ ਲੈਂਦਾ ਸੀ, ਚਿੰਤਾ ਤੇ ਹੋਣੀ ਸੀਗੀ ਜੀ। ਆਖੋ ਵਾਹਿਗੁਰੂ ਵਾਹਿਗੁਰੂ। ਗੁਰੂ ਸਾਹਿਬ ਨਾਲ ਪੰਗੇ ਲੈਣੇ ਤੇ ਫਿਰ ਚਿੰਤਾ ਤੇ ਸਹਿਣੀ ਪੈਣੀ ਹੈ ਜੀ। ਹਾਂਜੀ। ਨੀਠ ਨੀਠ ਕਰ ਨਿਸਾ ਗੁਜ਼ਾਰੀ। ਮਸਾਂ ਹੀ ਰਾਤ ਇਹਨੇ ਗੁਜ਼ਾਰੀ ਜੀ ਉੱਥੇ। ਉੱਠਿਓ ਪ੍ਰਾਤ ਕੀਨਸ ਅਸਵਾਰੀ। ਦਿਨ ਚੜਿਆ ਤੇ ਸਵਾਰੀ ਕੀਤੀ ਜੀ ਇਹਨੇ। ਦਿਵਸ ਆਗਲੇ ਪਹੁੰਚਿਓ ਜਾਈ। ਅਗਲੇ ਦਿਨ ਫਿਰ ਇਹ ਲਾਹੌਰ ਪਹੁੰਚ ਗਿਆ। ਪੁਰ ਮਹਿ ਸੁਧ ਪਸਰੀ ਅਗਵਾਈ। ਉਧਰ ਲਾਹੌਰ ਤੇ ਸੁਣੋ ਵੀ ਕੀ ਖਬਰ ਫੈਲੀ ਸੀਗੀ ਜੀ। ਕਾਜ਼ੀ ਸੁਤਾ ਆਧਿਕ ਨਿਜ ਮਾਰੀ। ਲਾਹੌਰ ਤੇ ਕਾਜੀ ਦੀ ਗਲਤੀ ਗਿਣੀ ਜਾ ਰਹੀ ਸੀ। ਆਖੋ ਵਾਹਿਗੁਰੂ। ਉਥੋਂ ਦੇ ਲੋਕ ਕਹਿੰਦੇ ਵੀ ਕਾਜੀ ਨੇ ਆਪਣੀ ਧੀ ਨੂੰ ਬੜਾ ਕੁੱਟਿਆ ਸੀਗਾ। ਨਿਕਸ ਗਈ ਅਤ ਦੁਖੀ ਵਿਚਾਰੀ। ਤੇ ਧੀ ਵਿਚਾਰੀ ਦੁਖੀ ਹੋ ਕੇ ਘਰੋਂ ਹੀ ਚਲੇ ਗਈ। ਉੱਥੇ ਵੀ ਕਾਜੀ ਦੀ ਗਲਤੀ ਜੀ। ਦੋਵਾਂ ਥਾਵਾਂ ਤੇ ਮੂੰਹ ਕਾਲਾ ਹੋ ਗਿਆ ਜੀ। ਗੱਜ ਕੇ ਆਖੋ ਵਾਹਿਗੁਰੂ। ਦੋਵਾਂ ਥਾਵਾਂ ਤੇ ਮੁੱਖ ਕਾਲਾ ਜੀ। ਨਿੰਦਾ ਸੁਨਤ ਆਪਣੇ ਕਾਨ। ਇਹ ਆਪਣੀ ਨਿੰਦਾ ਆਪਣੇ ਕੰਨਾਂ ਨਾਲ ਸੁਣਦਾ ਵੀ ਲੋਕ ਇਸ ਤਰ੍ਹਾਂ ਗੱਲਾਂ ਕਰਨ ਦੇ ਆ। ਬਦਨ ਬਸਨ ਤੇ ਸ਼ਾਦਤ ਠਾਨ। ਵੀ ਕਾਜੀ ਦੀ ਧੀ ਕਾਜੀ ਤੋਂ ਦੁਖੀ ਹੋ ਕੇ ਕਿਤੇ ਚਲੇ ਗਈ ਹੈ। ਆਪਣਾ ਮੂੰਹ ਟਕਿਆ ਤੇ ਹੌਲੀ ਹੌਲੀ ਤੁਰੀ ਜਾਵੇ ਜੀ। ਹਾਂਜੀ। ਤੂਰਨ ਤੁਰੰਗ ਪ੍ਰੇਰ ਕਰ ਗਇਓ। ਘੋੜਾ ਪ੍ਰੇਰੇ ਵੀ ਛੇਤੀ ਘੋੜਾ ਜਾਵੇ। ਮੁੱਖ ਢੱਕ ਲਿਆ ਜੀ ਇਹਨੇ। ਹਾਂਜੀ। ਕਾਜ਼ਨ ਰੁਦਤ ਬਿਲੋਕਤ ਭਇਓ। ਤੇ ਜਦੋਂ ਘਰ ਗਿਆ ਤੇ ਕਾਜੀ ਦੀ ਘਰ ਵਾਲੀ ਅੱਗੇ ਰੋ ਰਹੀ ਸੀਗੀ ਜੀ। ਨਹਿ ਬੋਲਿਓ ਕੁਛ ਸੰਕਟ ਪਾਵਾ। ਬੋਲ ਨਹੀਂ ਸਕਿਆ ਕੁਛ ਜੀ। ਕਾਜੀ ਦੁਖੀ ਹੋ ਗਿਆ ਜੀ। ਬੈਠ ਇਕਾਕੀ ਬਹੁ ਪਛਤਾਵਾ। ਕੱਲਾ ਬਹਿ ਗਿਆ ਤੇ ਬਹੁਤ ਪਛਤਾਉਣ ਲੱਗਾ। ਦੋਸ਼ ਆਪਨੋ ਹਿਰਦੇ ਵਿਚਾਰਤ। ਤੇ ਆਪਣਾ ਦੋਸ਼ ਸਮਝਦਾ ਹੈ ਜੀ। ਆਪਣਾ ਕਸੂਰ ਹੁਣ ਸਮਝ ਰਿਹਾ। ਰਹਿਤ ਸਦਨ ਜੇ ਮੈਂ ਨਹਿ ਮਾਰਤ। ਫਿਰ ਪੜਿਓ। ਰਹਿਤ ਸਦਨ ਜੇ ਮੈਂ ਨਹਿ ਮਾਰਤ। ਵੀ ਜੇ ਮੈਂ ਨਾ ਮਾਰਦਾ ਤੇ ਮੇਰੀ ਧੀ ਨੇ ਮੇਰੇ ਘਰੇ ਹੀ ਰਹਿਣਾ ਸੀਗਾ। ਮੈਂ ਕਿਉਂ ਮਾਰਿਆ। ਹਾਂਜੀ। ਭਾਈ ਤරුਣ ਨਹਿ ਕਰਿਓ ਨਿਕਾਹ। ਜਵਾਨ ਹੋ ਗਈ ਸੀ, ਨਿਕਾਹ ਵੀ ਨਹੀਂ ਮੈਨੂੰ ਕਰਨ ਦਾ ਮੌਕਾ ਮਿਲਿਆ। ਇਤਿਆਦਿਕ ਗਿਨ ਕਰ ਮਨ ਮਹਾ। ਇਸ ਤਰੀਕੇ ਨਾਲ ਗਿਣਤੀਆਂ ਹੀ ਸੋਚੀ ਜਾਂਦਾ ਕਾਜੀ ਬੈਠਾ। ਚੇਤਾ ਰੱਖਿਓ ਗੁਰੂ ਸਾਹਿਬ ਤੋਂ ਜਦੋਂ ਬੰਦਾ ਬੇਮੁਖ ਹੁੰਦਾ ਹੈ, ਸਤਿਗੁਰੂ ਜੀ ਦੇ ਨਾਲ ਧਰੋਹ ਕਰਦਾ ਹੈ ਨਾ, ਫਿਰ ਉਹਦੇ ਪੱਲੇ ਪਛਤਾਵੇ ਤੋਂ ਵੱਧ ਹੋਰ ਕੁਝ ਨਹੀਂ ਪੈਂਦਾ ਜੀ। ਪਛਤਾਉਣਾ ਪੈਂਦਾ ਜੀ ਫਿਰ ਉਹਨੂੰ ਜੀ। ਪਛਤਾਉਂਦਾ ਹੈ ਵੀ ਇਹ ਮੇਰੇ ਨਾਲ ਕੀ ਬਣ ਗਿਆ। ਆਖੋ ਸ੍ਰੀ ਵਾਹਿਗੁਰੂ। ਸ੍ਰੀ ਵਾਹਿਗੁਰੂ। ਪਛਤਾਉਂਦਾ ਜੀ ਬੰਦਾ ਜੀ। ਹੁਣ ਕਾਜੀ ਬੈਠਾ ਪਛਤਾ ਰਿਹਾ, ਕਰ ਨਹੀਂ ਕੁਝ ਸਕਦਾ ਜੀ। ਹਾਂਜੀ। ਤਿਸ ਦਿਨ ਸ਼ਾਹ ਸਮੀਪ ਨਾ ਗਇਓ। ਚਿੰਤਾ ਤੁਰ ਘਰ ਮੈਂ ਦੁਖ ਭਇਓ। ਤੇ ਉਸ ਦਿਨ ਫਿਰ ਨਹੀਂ ਗਿਆ ਉਹ ਸ਼ਾਹਜਹਾਂ ਨੂੰ। ਕੁਰਾਨ ਸ਼ਰੀਫ ਵੀ ਨਹੀਂ ਸੁਣਾਉਣ ਗਿਆ। ਚਿੰਤਾ ਤੁਰ ਹੋਇਆ ਘਰ ਬੈਠਾ ਰਿਹਾ ਤੇ ਪਛਤਾਉਂਦਾ ਰਿਹਾ ਵੀ ਮੈਂ ਕੀ ਕਰ ਬੈਠਾ। ਕਾਜ਼ਨ ਝਿਰਕਿਓ ਬਹੁ ਰਿਸ ਧਰ ਕੇ। ਉਹਦੀ ਪਤਨੀ ਫਿਰ ਹੋ ਗਈ ਸਿੱਧੀ ਜੀ ਉਹਦੇ ਹੱਥ 'ਚ। ਕਹਿੰਦੀ ਤੇਰਾ ਹੀ ਪਵਾੜਾ ਹੋਇਆ ਸਾਰਾ। ਕਾਜੀ ਨੂੰ ਕਹਿਣ ਲੱਗੀ ਤੇਰਾ ਹੀ ਪਵਾੜਾ ਸਾਰਾ, ਤੂੰ ਹੀ ਪੰਗਾ ਪਾਇਆ ਆਪਣੀ ਧੀ ਨੂੰ ਮਾਰ ਕੇ। ਬਾਰ-ਬਾਰ ਸ਼ਰਮਿੰਦਤ ਕਰਕੇ। ਉਹ ਬਾਰ-ਬਾਰ ਝਿੜਕਾਂ ਮਾਰ ਕੇ ਕਾਜੀ ਨੂੰ ਹੋਰ ਸ਼ਰਮਿੰਦਿਆਂ ਕਰੇ ਜੀ। ਗਈ ਗੁਰੂ ਸੰਗ ਕਹਿ ਪਾਪੌਨ। ਕਹਿਣ ਲੱਗੀ ਹੁਣ ਸੁਖੀ ਹੈ। ਉਹ ਤੇਰਾ ਘਰ ਛੱਡ ਕੇ ਗੁਰੂ ਜੀ ਦੇ ਨਾਲ ਚਲੇਗੀ, ਗੁਰੂ ਦੀਆਂ ਸੰਗਤਾਂ ਵਿੱਚ ਰਹਿਣ ਲੱਗ ਪਈ ਜਾ ਕੇ। ਨਿਸਾ ਬਤੀਤ ਕਰੀ ਨਿਜ ਭਾਉਨ। ਤੇ ਉਹ ਫਿਰ ਕਾਜੀ ਹੁਣ ਰਾਤ ਦੁਖੀ ਹੋਇਆ ਆਪਣੇ ਘਰ 'ਚ ਹੀ ਹੈ ਤੇ ਪਛਤਾ ਹੀ ਰਿਹਾ ਹੈ ਜੀ। ਪਛਤਾਵੇ ਤੋਂ ਵੱਧ ਫਿਰ ਕੁਝ ਨਹੀਂ ਪੱਲੇ ਪੈਂਦਾ ਸਾਧ ਸੰਗਤ ਜੀ। ਸਮਾਂ ਵੀ ਲੰਘ ਗਿਆ, ਸ਼ਰਧਾ ਵੀ ਨਹੀਂ ਧਾਰੀ, ਗਲਤੀਆਂ ਵੀ ਕੀਤੀਆਂ ਤੇ ਕਮਾਈ ਵੀ ਨਾ ਕਰ ਸਕਿਆ ਜੀ। ਬਸ ਇਸੇ ਤਰ੍ਹਾਂ ਹੀ ਹੈ, ਬੇਮੁਖ ਹੋ ਕੇ ਬੰਦਾ ਪਛਤਾਉਂਦਾ ਹੀ ਹੈ ਜੀ।
जे को गुर ते बेमुख होवै, बिन सतगुर मुक्त ना पावै। आखो वाहिगुरु। जे को सिख गुरु सेती सन्मुख होवै, ते जे कोई सन्मुख होवे उन्होंने खुशियां ही खुशियां ने, तो जे कोई बेमुख हो जाता है उन्होंने फिर दुख ही दुख मिलते हैं जी। करत बेकार दो कर झारत, हाँ जी, पुट्ठा काम करके हुण दोवें हत्थ झाड़ के पछता रहा जी। ते महाराज बाणी च कहते बंदिया राम सिमर पछताहेगा, मन राम सिमर पछताहेगा, पापी जीरा लोभ करत है आज काल उठ जाहेगा। तेनू अज कल उठ के जाना पैना, लोभ तू बड़ा करदा, कहंदे लोभ बहुत करदा, राम नू सिमर नहीं ते पछताउणा पएगा। ते उस समय ना फिर कोई बंदे दी बात भी नहीं पुछदा जी, कोई उहदा साथी भी नहीं बनदा साध संगत जी। सच्चे पातशाह मेहर करन, किरपा करन, काजी धरिया पछता। ते क्यों उन्हें पंगा ही फिर सीधा ही लै लिया जी। कहंदा तू खुदा दी मारी आ कौलां जी नूं, ਉਹ ਕਹਿੰਦੀ मैं खुदा दी मारी नहीं, मैं खुदा दी सवारी हाँ। तू कहना मैं मर गई, मैं ते तर गई हाँ। कहन लगी मैं तो सतगुरु की हजूरी च आके तर गई हाँ, मैं तो नरक तो स्वर्ग विच आ गई हाँ। कहन लगी सो हुण इहदे तो अगे प्रसंग कल नूं सरवण करांगे। 2-4 मिनट गुर मंत्र दा जाप करो, फिर अरदास खिमा मंगे प्यार नाल गज के जी। वाहेगुरु जप वाहेगुरु, गज गज के वाहेगुरु जप वाहेगुरु, 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 वाहेगुरु 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 वाहेगुरु,
ਵਾਹਿਗੁਰੂ 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 ਵਾਹਿਗੁਰੂ। ਸਤਿਗੁਰੂ ਦੀ ਕਿਰਪਾ ਕਰਨ, ਬਖਸ਼ਿਸ਼ ਕਰਨ, ਮਿਹਰ ਕਰਨ, ਨਾਮ ਜਪ ਕੇ ਜਨਮ ਸਵਾਰਿਆ ਜਾਵੇ। ਇਹਦਾ ਸਭ ਤੋਂ ਵੱਡਾ ਫਾਇਦਾ ਹੈ। ਇਸ ਮਨੁੱਖਾ ਜਨਮ ਨੇ 84 ਲੱਖ ਜੂਨਾਂ ਤੋਂ ਬੰਦੇ ਦਾ ਛੁਟਕਾਰਾ ਦਿਵਾਉਣਾ ਜੀ, ਨਾਮ ਜਪ ਕੇ ਜੀ। ਸੱਚੇ ਪਾਤਸ਼ਾਹ ਜੀ ਕਿਰਪਾ ਕਰਨ, ਮਿਹਰ ਕਰਨ, ਭੁੱਲਾਂ ਚੁੱਕਾਂ ਦੀ ਮਾਫੀ ਬਖਸ਼ਿਸ਼ ਕਰਨੀ। ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ